नमस्कार प्यारे विद्यार्थियों। ਅੱਜ ਅਸੀਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਅਤੇ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ ਦੀ ਕੁਆਲਿਟੀ ਦਾ ਨੈਕਸਟ ਟੌਪਿਕ ਦ ਜੁਡੀਸ਼ੀਅਰੀ ਯਾਨੀ ਕਿ ਨਿਆਂਪਾਲਿਕਾ ਬਾਰੇ ਪੜ੍ਹਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਗਵਰਨਮੈਂਟ ਦੇ ਦੋ ਮਹੱਤਵਪੂਰਨ ਅੰਗ ਦ ਲੈਜਿਸਲੇਟਿਵ ਐਂਡ ਦ ਐਗਜ਼ੀਕਿਊਟਿਵ ਯਾਨੀ ਕਿ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਬਾਰੇ ਵਿਸਥਾਰਪੂਰਵਕ ਪੜ੍ਹ ਚੁੱਕੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਿਆਂਪਾਲਿਕਾ ਬਾਰੇ। ਆਓ ਸ਼ੁਰੂ ਕਰੀਏ। ਇੰਡੀਅਨ ਜੁਡੀਸ਼ੀਅਲ ਸਿਸਟਮ ਯਾਨੀ ਕਿ ਭਾਰਤੀ ਨਿਆਂ ਪ੍ਰਣਾਲੀ। ਇੰਟਰੋਡਕਸ਼ਨ ਸਭ ਤੋਂ ਪਹਿਲਾਂ ਦੇਖਦੇ ਹਾਂ। ਇਨ ਇੰਡੀਆ ਦ 3 ਬ੍ਰਾਂਚਸ ਆਫ ਗਵਰਨਮੈਂਟ ਆਰ ਲੈਜਿਸਲੇਚਰ, ਦ ਐਗਜ਼ੀਕਿਊਟਿਵ ਐਂਡ ਦ ਜੁਡੀਸ਼ੀਅਰੀ। ਜਿਵੇਂ ਕਿ ਅਸੀਂ ਪਹਿਲਾਂ ਦੀਆਂ ਵੀਡੀਓਜ਼ ਵਿੱਚ ਵੀ ਪੜ੍ਹਿਆ ਕਿ ਸਰਕਾਰ ਦੇ 3 ਮਹੱਤਵਪੂਰਨ ਅੰਗ ਹੁੰਦੇ ਨੇ, ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। India's constitution envisages a division of powers and a system of checks and balances। ਭਾਰਤ ਦਾ ਜਿਹੜਾ ਸੰਵਿਧਾਨ ਹੈ ਇਸ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਤਿੰਨੋਂ ਆਰਗਨਸ ਦੇ ਵਿੱਚ ਤੇ ਬੜਾ ਵਧੀਆ ਪ੍ਰਣਾਲੀ ਦੀ ਕਲਪਨਾ ਕੀਤੀ ਗਈ ਹੈ ਜਿਹਦੇ ਨਾਲ ਜਾਂਚ ਤੇ ਸੰਤੁਲਨ ਮੇਨਟੇਨ ਰੱਖਿਆ ਜਾ ਸਕੇ। The judiciary plays a critical role in ensuring that the legislature and executive don't exceed their constitutional boundaries। ਜਿਹੜਾ ਸਾਡਾ ਨਿਆਂ ਸਿਸਟਮ ਹੈ ਉਹ ਇਸ ਚੀਜ਼ ਦੇ ਵਿੱਚ ਬੜਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਇਸ ਚੀਜ਼ ਨੂੰ ਯਕੀਨੀ ਬਣਾਉਂਦਾ ਹੈ ਕਿ ਸਾਡੀ ਵਿਧਾਨਪਾਲਿਕਾ ਤੇ ਸਾਡੀ ਕਾਰਜਪਾਲਿਕਾ ਜਿਹੜੇ ਸਾਡੇ ਸੰਵਿਧਾਨ ਹੈ ਉਸ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਦੇ, ਯਾਨੀ ਕਿ ਇਹ ਉਹਨਾਂ ਦੀਆਂ ਬਾਉਂਡਰੀਜ਼ ਦਾ ਖਿਆਲ ਰੱਖਦਾ ਹੈ, ਉਹਨਾਂ ਦੀਆਂ ਲਿਮਿਟਸ ਦਾ ਖਿਆਲ ਰੱਖਦਾ ਹੈ। ਸਾਡਾ ਜੁਡੀਸ਼ੀਅਰੀ ਸਿਸਟਮ ਕਿ ਸਾਡੀ ਲੈਜਿਸਲੇਚਰ ਤੇ ਐਗਜ਼ੀਕਿਊਟਿਵ ਕਿਵੇਂ ਕੰਮ ਕਰਦੇ ਨੇ ਐਂਡ ਪ੍ਰੀਵੈਂਟਸ them from the arbitrary exercise of powers ਤੇ ਉਹਨਾਂ ਨੂੰ ਸ਼ਕਤੀਆਂ ਦੀ ਆਪਣੀ ਮਰਜ਼ੀ ਨਾਲ ਵਰਤੋਂ ਕਰਨ ਤੋਂ ਰੋਕਦਾ ਹੈ। The Constitution of India ensures that the judiciary remains independent of the influence of the legislature and the executive ਤੇ ਨਾਲੋਂ ਨਾਲ ਜਿਹੜਾ ਸਾਡਾ ਸੰਵਿਧਾਨ ਹੈ ਉਹ ਇਸ ਚੀਜ਼ ਨੂੰ ਯਕੀਨੀ ਬਣਾਉਂਦਾ ਹੈ ਕਿ ਸਾਡੀ ਜਿਹੜੀ ਨਿਆਂਪਾਲਿਕਾ ਹੈ ਉਹ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੇ ਪ੍ਰਭਾਵ ਤੋਂ ਸੁਤੰਤਰ ਰਹੇ, ਯਾਨੀ ਕਿ ਤਿੰਨਾਂ ਦੀ ਇੱਕ ਦੂਜੇ ਦੇ ਵਿੱਚ ਖਾਸ ਤੌਰ ਤੇ ਨਿਆਂਪਾਲਿਕਾ ਦੇ ਕੰਮਾਂ ਦੇ ਵਿੱਚ ਦੂਜੇ ਦੋਨੋਂ ਆਰਗਨਸ ਦੀ ਕੋਈ ਦਖਲ ਅੰਦਾਜ਼ੀ ਨਾ ਹੋਵੇ। ਹਿਸਟਰੀ ਸਭ ਤੋਂ ਪਹਿਲਾਂ ਅਸੀਂ ਸ਼ਾਰਟ ਦੇ ਵਿੱਚ ਹਿਸਟਰੀ ਡਿਸਕਸ ਕਰਾਂਗੇ, ਇਤਿਹਾਸ ਦੀ ਗੱਲ ਕਰਾਂਗੇ। In ancient India, the lowest court was the family court, starting from the family arbitrator, and the judge at the highest pedestal was the king। ਜੇ ਅਸੀਂ ਪ੍ਰਾਚੀਨ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਸਭ ਤੋਂ ਹੇਠਲੀ ਜਿਹੜੀ ਅਦਾਲਤ ਪਰਿਵਾਰਕ ਅਦਾਲਤ ਸੀ, ਜਿਹੜੀ ਕਿ ਪਰਿਵਾਰਕ ਸਾਜ਼ ਤੋਂ ਸ਼ੁਰੂ ਹੁੰਦੀ ਸੀ, ਯਾਨੀ ਕਿ ਪਰਿਵਾਰਾਂ ਦੇ ਵਿੱਚ ਕੁਝ ਅਜਿਹੇ ਸਿਆਣੇ ਬੰਦੇ ਹੁੰਦੇ ਸੀ ਜਿਹੜੇ ਕਿ ਵਿੱਚ ਵਿਚੋਲਿਆਂ ਦਾ ਕੰਮ ਕਰਦੇ ਸੀ ਤੇ ਜਿਹੜੇ ਝਗੜਿਆਂ ਦਾ ਨਿਪਟਾਰਾ ਕਰਦੇ ਸੀ ਤੇ ਸਭ ਤੋਂ ਉੱਚੇ ਪੱਧਰ ਦੇ ਉੱਪਰ ਰਾਜਾ ਜਿਹੜੀ ਭੂਮਿਕਾ ਨਿਭਾਉਂਦਾ ਸੀ। One of the primary duties of the sovereign was the dispensation of the justice, and in this process the king was aided by his counselors and ministers। ਜਿਹੜਾ ਪ੍ਰਭੂ ਸੱਤਾ ਸੰਪੰਨ ਹੁੰਦਾ ਸੀ ਯਾਨੀ ਕਿ ਰਾਜਾ ਹੁੰਦਾ ਸੀ, ਉਹਦੀ ਅਲਟੀਮੇਟਲੀ ਡਿਊਟੀ ਸੀ ਨਿਆਂ ਦੇਣਾ, ਨਿਆਂ ਦੀ ਵਿਵਸਥਾ ਕਰਨਾ ਤੇ ਇਸ ਪ੍ਰਕਿਰਿਆ ਦੇ ਲਈ ਰਾਜੇ ਦੇ ਨਾਲ ਸਹਾਇਤਾ ਕਰਨ ਦੇ ਲਈ ਉਹਦੇ ਸਲਾਹਕਾਰ ਤੇ ਮੰਤਰੀਆਂ ਦੀ ਇੱਕ ਵੱਡੀ ਕਾਉਂਸਲ ਹੁੰਦੀ ਸੀ। As the civilization advanced, ਜਿਵੇਂ ਜਿਵੇਂ ਸਭਿਅਤਾ ਵਿਕਸਿਤ ਹੋਈ, and the duties of the king were delegated to the judges who had knowledge of the Vedas। ਜਿਵੇਂ ਜਿਵੇਂ ਸਭਿਅਤਾ ਦਾ ਵਿਕਾਸ ਹੋਇਆ, ਰਾਜੇ ਤੋਂ ਇਹ ਜਿਹੜੇ ਅਧਿਕਾਰ ਸੀਗੇ, ਡਿਊਟੀ ਸੀ, ਉਹਦੀਆਂ ਕਰਤੱਵ ਸੀ, ਇਹ ਜੱਜਸ ਨੂੰ ਦੇ ਦਿੱਤੇ ਗਏ ਜਿਨ੍ਹਾਂ ਨੂੰ ਕਿ ਵੇਦਾਂ ਦਾ ਗਿਆਨ ਹੁੰਦਾ ਸੀ। Justice was administered on the basis of dharma or a structure of rules specifying the responsibilities that an individual must fulfill in his life। ਜਿਹੜਾ ਨਿਆਂ ਸੀ ਉਹ ਧਰਮ ਦੇ ਆਧਾਰ ਤੇ ਕੀਤਾ ਜਾਂਦਾ ਸੀ, ਠੀਕ ਹੈ ਜੀ। ਕੁਝ ਰੂਲਸ ਹੁੰਦੇ ਸੀ, ਕੁਝ ਨਿਯਮ ਹੁੰਦੇ ਸੀ ਜਿਹੜੇ ਇਸ ਚੀਜ਼ ਦੀ ਸਪੈਸੀਫਿਕੇਸ਼ਨ ਕਰਦੇ ਸੀ ਕਿ ਕਿਸੇ ਵਿਅਕਤੀ ਦੀਆਂ ਕੀ ਡਿਊਟੀਆਂ ਨੇ, ਯਾਨੀ ਕਿ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਉਹਨੇ ਕਿਹੜੇ ਨਿਯਮਾਂ ਦਾ ਪਾਲਨ ਕਰਨਾ ਹੈ ਔਰ ਅਗਰ ਉਹ ਨਿਯਮਾਂ ਦਾ ਪਾਲਨ ਨਹੀਂ ਕਰਦਾ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਉਹ ਧਰਮ ਦੇ ਖਿਲਾਫ ਜਾ ਰਿਹਾ ਹੈ ਤੇ ਉਹਨੂੰ ਸਜ਼ਾ ਦਿੱਤੀ ਜਾਂਦੀ ਸੀ। ਕਸਟਮਸ ਸਰਵਡ ਐਜ਼ ਅ ਸੋਰਸ ਆਫ ਲਾ। ਜਿਹੜੇ ਸਾਡੀਆਂ ਰੀਤੀ ਰਿਵਾਜ ਸੀ ਉਹ ਕਾਨੂੰਨ ਦੇ ਸੋਰਸ ਦੇ ਵਜੋਂ ਕੰਮ ਕਰਦੇ ਸੀ। ਦ ਸਿਸਟਮ ਕੰਟੀਨਿਊ ਟਿਲ ਦਾ ਮੁਗਲ ਪੀਰੀਅਡ। ਇਹ ਪ੍ਰਣਾਲੀ ਮੁਗਲ ਕਾਲ ਤੱਕ ਚੱਲਦੀ ਰਹੀ।
During the Mughal period, the office of Qazi was responsible for the dispensation of the justice. ਮੁਗਲ ਕਾਲ ਦੇ ਵਿੱਚ ਕਾਜੀ ਕੋਲ ਆ ਗਈ ਇਹ ਜ਼ਿੰਮੇਵਾਰੀ, ਜਿਹੜੀ ਕਿ ਪਹਿਲਾਂ ਰਾਜੇ ਕੋਲ ਸੀ, ਫਿਰ ਜੱਜਸ ਕੋਲ ਆ ਗਈ ਸੀ। ਜੱਜਸ ਮਤਲਬ ਧਾਰਮਿਕ ਜੱਜ, ਅੱਜ ਵਾਲੇ ਜੱਜ ਨਹੀਂ, ਪੜ੍ਹੇ ਲਿਖੇ ਜੱਜ ਨਹੀਂ, ਸਿਰਫ ਧਾਰਮਿਕ ਜੱਜ ਜਿਨ੍ਹਾਂ ਨੂੰ ਕਿ ਵੇਦਾਂ ਦਾ ਗਿਆਨ ਹੁੰਦਾ ਸੀ। ਠੀਕ ਹੈ, ਕਾਜੀ ਦਾ ਜਿਹੜੀ ਜ਼ਿੰਮੇਵਾਰੀ ਬਣ ਗਈ ਮੁਗਲ ਕਾਲ ਦੇ ਵਿੱਚ। ਐਵਰੀ ਪ੍ਰੋਵਿੰਸ਼ਲ ਕੈਪੀਟਲ ਐਂਡ ਐਵਰੀ ਲਾਰਜ ਟਾਊਨ ਹੈਡ ਏ ਕਾਜੀ। ਵੱਡੀ ਜਿਹੜੀ ਕੈਪੀਟਲ ਹੁੰਦੀ ਸੀ, ਰਾਜਧਾਨੀ ਹੁੰਦੀ ਸੀ ਕਿਸੇ ਰਾਜ ਦੀ, ਜਾਂ ਫਿਰ ਵੱਡੇ ਸ਼ਹਿਰਾਂ ਦੇ ਵਿੱਚ ਕਾਜੀ ਹੁੰਦੇ ਸੀ। The Qazi held the trial in the presence of parties and were expected to write their legal documents very carefully. ਜਿਹੜੇ ਕਾਜੀ ਹੁੰਦੇ ਸੀ ਉਹ ਧਿਰਾਂ ਦੀ ਮੌਜੂਦਗੀ ਦੇ ਵਿੱਚ ਮੁਕੱਦਮਾ ਚਲਾ ਕੇ ਆਪਣੇ ਬਹੁਤ ਕੇਅਰਫੁਲੀ ਆਪਣੇ ਜਜਮੈਂਟਸ ਨੂੰ ਨੋਟ ਕਰਦੇ ਹੁੰਦੇ ਸੀ, ਦਸਤਾਵੇਜ਼ਾਂ ਦੇ ਵਿੱਚ ਰਿਕਾਰਡ ਕਰਦੇ ਸੀ। The system was replaced by the British. ਹੁਣ ਜਿਹੜੀ ਮੁਗਲ ਕਾਲ ਦੀ ਚੱਲੀ ਹੋਈ ਨਿਆਂ ਪ੍ਰਣਾਲੀ ਸੀ ਕਾਜੀ ਵਾਲੀ, ਇਹ ਬ੍ਰਿਟਿਸ਼ ਕਾਲ ਦੇ ਵਿੱਚ ਬਦਲੀ ਗਈ ਕਿਉਂਕਿ ਅੰਗਰੇਜ਼ ਆ ਗਏ, ਅੰਗਰੇਜ਼ਾਂ ਨੇ ਆਪਣਾ ਸਿਸਟਮ ਚਲਾ ਲਿਆ। The British introduced the common law system. ਤਾਂ ਅੰਗਰੇਜ਼ਾਂ ਨੇ ਕੀ ਲੈ ਕੇ ਆਂਦਾ, ਇੱਕ ਆਮ ਕਾਨੂੰਨ ਪ੍ਰਣਾਲੀ ਜਿਹਦੇ ਲਈ ਸਾਰੇ ਬਰਾਬਰ ਹੋਣ, ਸਾਰਿਆਂ ਦੇ ਲਈ ਕਾਮਨ ਲਾਅ ਸਿਸਟਮ ਦੀ ਉਹਨਾਂ ਨੇ ਸਥਾਪਨਾ ਕੀਤੀ ਇਨ ਇੰਡੀਆ ਐਂਡ ਐਸਟੈਬਲਿਸ਼ ਦਾ ਸਦਰ ਦੀਵਾਨੀ ਅਦਾਲਤ, ਤੇ ਉਹਨਾਂ ਨੇ ਸਦਰ ਦੀਵਾਨੀ ਅਦਾਲਤ ਦੀ ਸਥਾਪਨਾ ਕੀਤੀ। ਦੇ ਵਰ ਲੇਟਰ ਫਾਲੋਡ ਬਾਈ ਦਾ ਐਸਟੈਬਲਿਸ਼ਮੈਂਟ ਆਫ ਹਾਈ ਕੋਰਟ। ਸਦਰ ਦੀਵਾਨੀ ਅਦਾਲਤ ਤੋਂ ਬਾਅਦ ਹਾਈ ਕੋਰਟਾਂ ਦੀ ਸਥਾਪਨਾ ਹੋਈ ਸੀ। ਫਰਸਟ ਹਾਈ ਕੋਰਟ ਜਿਹੜੀ ਐਸਟੈਬਲਿਸ਼ ਹੋਈ ਸੀ ਕੈਲਕਟਾ ਦੇ ਵਿੱਚ 1862 ਦੇ ਵਿੱਚ। The higher courts were also established in Madras and Bombay. ਉਸ ਤੋਂ ਬਾਅਦ ਮਦਰਾਸ ਤੇ ਬੰਬਈ ਦੇ ਵਿੱਚ ਵੀ ਹਾਈ ਕੋਰਟਾਂ ਦੀ ਸਥਾਪਨਾ ਹੋਈ। Subsequently, the Federal Court was established by the Government of India Act 1935, which has a wider jurisdiction than the High Court. ਉਸ ਤੋਂ ਬਾਅਦ ਇਸੇ ਲੜੀ ਦੇ ਤਹਿਤ ਜਿਹੜਾ GOI ਐਕਟ ਸੀ, ਗਵਰਨਮੈਂਟ ਆਫ ਇੰਡੀਆ ਐਕਟ 1935, ਉਹਦੇ ਅਧੀਨ ਇੱਕ ਫੈਡਰਲ ਕੋਰਟ ਦੀ ਸਥਾਪਨਾ ਕੀਤੀ ਗਈ, ਜਿਹਦਾ ਕਿ ਨਿਆਂ ਦਾ ਦਾਇਰਾ ਸੀ, ਅਧਿਕਾਰ ਖੇਤਰ ਸੀ, ਕਾਫੀ ਜ਼ਿਆਦਾ ਸੀਗਾ ਹਾਈ ਕੋਰਟਸ ਦੇ ਕੰਪੈਰੀਟਿਵਲੀ। ਯਾਨੀ ਕਿ ਇਹਨੂੰ ਅਸੀਂ ਅੱਜ ਦੀ ਸੁਪਰੀਮ ਕੋਰਟ ਦੇ ਨਾਲ ਕੰਪੇਅਰ ਕਰ ਸਕਦੇ ਹਾਂ ਕਿਉਂਕਿ ਇਹਦੀਆਂ ਸ਼ਕਤੀਆਂ ਹਾਈ ਕੋਰਟ ਤੋਂ ਵੱਧ ਸੀ। Thus, the present judicial system of India is based largely on the common law system. ਇਸ ਤਰੀਕੇ ਨਾਲ ਜਿਹੜੀ ਅੱਜ ਦੀ ਸਾਡੀ ਨਿਆਂ ਵਿਵਸਥਾ ਹੈ ਉਹ ਵੀ ਆਮ ਕਾਨੂੰਨ ਪ੍ਰਣਾਲੀ ਦੇ ਉੱਪਰ ਆਧਾਰਿਤ ਹੈ। ਤੇ ਜੇ ਪੇਪਰ ਦੇ ਵਿੱਚ ਪ੍ਰਸ਼ਨ ਆ ਜਾਂਦਾ ਕਿ ਇਹਦੀ ਨੀਂਹ ਕਦੋਂ ਰੱਖੀ ਗਈ ਸੀ, ਤਾਂ ਬ੍ਰਿਟਿਸ਼ ਕਾਲ ਦੇ ਦੌਰਾਨ ਰੱਖੀ ਗਈ ਸੀ। ਹੁਣ ਗੱਲ ਕਰਦੇ ਹਾਂ ਪ੍ਰੈਜ਼ੈਂਟ ਜਿਹੜਾ ਸਾਡਾ ਜੁਡੀਸ਼ੀਅਰੀ ਸਿਸਟਮ ਹੈ, ਹਾਇਰਾਰਕੀ ਆਫ ਕੋਰਟਸ, ਸਾਡਾ ਜਿਹੜਾ ਹਾਇਰਾਰਕੀ ਹੈ, ਜਿਹੜੀ ਦਰਜਾਬੰਦੀ ਉਹ ਕੋਰਟਸ ਦੀ ਕਿਵੇਂ ਹੈ। ਦ ਜੁਡੀਸ਼ੀਅਲ ਸਿਸਟਮ ਇਨ ਇੰਡੀਆ ਇਜ਼ ਹਾਇਰਾਰਕੀਕਲ ਇਨ ਨੇਚਰ। ਹਾਇਰਾਰਕੀ ਦਾ ਮਤਲਬ ਕੀ ਹੁੰਦਾ ਹੈ, ਹੇਠਾਂ ਕੀ ਹੈ, ਉਸ ਤੋਂ ਉੱਪਰ ਕੀ ਹੈ, ਉਸ ਤੋਂ ਉੱਪਰ ਕੀ ਹੈ। ਤਾਂ ਇਹਦੀਆਂ ਮੋਸਟਲੀ 4 ਲੇਅਰਸ ਇੰਪੋਰਟੈਂਟ ਨੇ। ਸਭ ਤੋਂ ਉੱਪਰ ਏਪੈਕਸ ਦੇ ਉੱਪਰ ਅਗਰ ਅਸੀਂ ਇੱਕ ਟ੍ਰਾਇੰਗਲ ਬਣਾ ਲਈਏ ਤਾਂ ਸਭ ਤੋਂ ਸਿਰੇ ਦੇ ਉੱਪਰ ਸੁਪਰੀਮ ਕੋਰਟ ਹੈ, ਜਿਹੜੀ ਕਿ ਆਪਣੇ ਆਪ ਦੇ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ ਤੇ ਇਸ ਤੋਂ ਬਾਹਰ ਕੁਝ ਨਹੀਂ ਹੈ। ਜੇ ਅਸੀਂ ਨਿਆਂ ਦੇ ਮਾਮਲੇ 'ਚ ਗੱਲ ਕਰੀਏ ਤਾਂ ਇਹਦੇ ਫੈਸਲੇ ਅੰਤਿਮ ਹੁੰਦੇ ਨੇ। ਉਸ ਤੋਂ ਨੀਚੇ ਆਉਂਦੀਆਂ ਜੀ ਹਾਈ ਕੋਰਟਸ ਆਫ ਵੇਰੀਅਸ ਸਟੇਟਸ। ਉਸ ਤੋਂ ਥੱਲੇ ਆਉਂਦੀਆਂ ਡਿਸਟ੍ਰਿਕਟ ਕੋਰਟਸ, ਜਿਨ੍ਹਾਂ ਨੂੰ ਅਸੀਂ ਸਬਆਰਡੀਨੇਟ ਕੋਰਟਸ ਕਹਿ ਦਿੰਦੇ ਹਾਂ। ਉਸ ਤੋਂ ਥੱਲੇ ਸਾਡੀਆਂ ਲੋਕਲ ਜਿਹੜੀਆਂ ਕੋਰਟਸ ਆ ਜਾਂਦੀਆਂ ਨੇ, ਜਿਹਦੇ ਵਿੱਚ ਨਗਰ ਪੰਚਾਇਤ, ਅਦਾਲਤ, ਟ੍ਰਿਬਿਊਨਲ ਵਗੈਰਾ ਸ਼ਾਮਿਲ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ। India has a federal structure of government and the Supreme Court of India is the federal court. ਇੰਡੀਆ ਦੇ ਵਿੱਚ ਇੱਕ ਸੰਘੀ ਸ਼ਾਸਨ ਪ੍ਰਣਾਲੀ ਹੈ ਸਰਕਾਰ ਦੀ। ਇਸੇ ਪ੍ਰਕਾਰ ਨਾਲ ਜਿਹੜੀ ਸੁਪਰੀਮ ਕੋਰਟ ਹੈ ਇਹ ਸਾਡੀ ਸੰਘੀ ਅਦਾਲਤ ਹੈ, ਯਾਨੀ ਕਿ ਇਹ ਸਾਡੇ ਕੇਂਦਰ ਦੀ ਅਦਾਲਤ ਹੈ ਸਭ ਤੋਂ ਵੱਡੀ। ਆਰਟੀਕਲ 124 to 147 of the Constitution, ਭਾਗ 5ਵਾਂ, deals with the functions, powers and jurisdiction of the apex court. apex court ਕਿਹੜੀ ਹੈ ਜੀ ਸਾਡੀ? ਸੁਪਰੀਮ ਕੋਰਟ ਕਿਹੜੀ ਹੈ ਸਾਡੀ? ਏਪੈਕਸ ਕੋਰਟ ਸੁਪਰੀਮ ਕੋਰਟ ਹੈ। ਇਹਦੇ ਬਾਰੇ 124 ਤੋਂ 147 ਨੰਬਰ ਅਨੁਛੇਦ ਦੇ ਵਿੱਚ ਗੱਲ ਕੀਤੀ ਗਈ ਹੈ ਸੰਵਿਧਾਨ ਦੇ ਵਿੱਚ। ਠੀਕ ਹੈ, ਕੁੱਲ ਮਿਲਾ ਕੇ ਇਹ ਸਾਡੀ ਕਨਸਟੀਟਿਊਸ਼ਨਲ ਕੋਰਟ ਹੈ। ਦ ਸੁਪਰੀਮ ਕੋਰਟ ਆਫ ਇੰਡੀਆ ਇਜ਼ ਬੇਸਡ ਔਨ ਦ ਫੈਡਰਲ ਕੋਰਟ ਆਫ ਇੰਡੀਆ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅੱਜ ਦੀ ਜਿਹੜੀ ਸੁਪਰੀਮ ਕੋਰਟ ਹੈ ਉਹ ਅੰਗਰੇਜ਼ਾਂ ਵੇਲੇ ਦੀ ਫੈਡਰਲ ਕੋਰਟ ਦੇ ਪੈਰਲਲ ਅਸੀਂ ਮੰਨ ਸਕਦੇ ਹਾਂ। ਤਾਂ ਇਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੀ GOI ਐਕਟ 1935 ਦੇ ਰਾਹੀਂ ਫੈਡਰਲ ਕੋਰਟ ਸਟੈਬਲਿਸ਼ ਕੀਤੀ ਗਈ ਸੀ, ਸੁਪਰੀਮ ਕੋਰਟ ਉਸੇ ਤੇ ਆਧਾਰਿਤ ਹੈ। However, it differs from the federal court, ਪਰ ਦੋਨਾਂ ਦੇ ਵਿੱਚ ਇੱਕ ਅੰਤਰ ਵੀ ਹੈ। That appeals from the federal court could be made to the privy council. ਜਿਹੜੀਆਂ ਫੈਡਰਲ ਕੋਰਟ ਹੈ ਇਹ ਆਪਣੇ ਆਪ ਦੇ ਵਿੱਚ ਸਰਵਉੱਚ ਨਹੀਂ ਸੀ। ਇਹਦੇ ਵਿੱਚ ਜਿਹੜੇ ਫੈਸਲੇ ਹੁੰਦੇ ਸੀ ਉਹਨਾਂ ਦੇ ਵਿਰੁੱਧ ਅਪੀਲ ਕੀਤੀ ਜਾ ਸਕਦੀ ਸੀ ਪ੍ਰਾਈਵੀ ਕਾਉਂਸਲ ਦੇ ਵਿੱਚ। Whereas the Supreme Court of India is the highest court, ਜਦਕਿ ਜਿਹੜੀ ਸੁਪਰੀਮ ਕੋਰਟ ਹੈ
ਉਹ ਭਾਰਤ ਦੀ ਅਪੀਲ ਕਰਨ ਦੀ ਸਰਵਉੱਚ ਅਦਾਲਤ ਹੈ ਐਂਡ ਨੋ ਅਪੀਲ ਕੈਨ ਬੀ ਮੇਡ ਅਗੇਂਸਟ ਇਟਸ ਆਰਡਰ ਬਿਫੋਰ ਐਨੀ ਕੋਰਟ। ਤੇ ਇਸ ਦੇ ਨਿਰਣੇ ਦੇ ਵਿਰੁੱਧ ਕਿਸੇ ਹੋਰ ਕੋਰਟ ਦੇ ਵਿੱਚ ਅਪੀਲ ਦਾਖਲ ਨਹੀਂ ਕੀਤੀ ਜਾ ਸਕਦੀ। The Supreme Court has been conferred with the jurisdiction as well as power of the both federal court as well as privy council। ਤਾਂ ਇੱਕ ਤਰੀਕੇ ਨਾਲ ਸੁਪਰੀਮ ਕੋਰਟ ਹੈ ਉਹਦੇ ਕੋਲ ਜਿਹੜਾ ਅਧਿਕਾਰ ਖੇਤਰ ਹੈ, ਜਿਹੜੀਆਂ ਸ਼ਕਤੀਆਂ ਨੇ ਉਹ ਫੈਡਰਲ ਕੋਰਟ ਵਾਲੀਆਂ ਵੀ ਨੇ ਤੇ ਪ੍ਰਾਈਵੇਟ ਕਾਉਂਸਲ ਵਾਲੀਆਂ ਵੀ ਨੇ। ਤਾਂ ਆਪਣੇ ਆਪ ਦੇ ਵਿੱਚ ਇਹ ਇੱਕ ਏਪੈਕਸ ਬੋਡੀ ਹੈ। The court started functioning on the 28th of January 1950। ਸਾਡੀ ਜਿਹੜੀ ਸੁਪਰੀਮ ਕੋਰਟ ਹੈ ਜਿਹੜੀ ਦਿੱਲੀ ਵਿਖੇ established ਹੈ, ਇਹਨੇ ਵਰਕ ਕਰਨਾ ਕਦੋਂ ਸ਼ੁਰੂ ਕੀਤਾ ਸੀ? 28 ਜਨਵਰੀ 1950 ਨੂੰ। ਗੱਲ ਕਰਦੇ ਹਾਂ ਜੱਜਸ ਦੀ। ਅਪਾਇੰਟਮੈਂਟ ਆਫ ਦਾ ਜੱਜਸ ਆਫ ਦਾ ਸੁਪਰੀਮ ਕੋਰਟ। ਇਹਦੇ ਨਾਲ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ, ਤੁਸੀਂ ਇਹ ਲੱਭਣਾ ਹੈ ਕਿ ਸੁਪਰੀਮ ਕੋਰਟ 'ਚ ਐਟ ਪ੍ਰੈਜ਼ੈਂਟ ਕਿੰਨੇ ਜੱਜ ਨੇ। ਆਰਟੀਕਲ 124 ਸੈਕੰਡ ਪਾਰਟ of the constitution lays down the procedure for the appointment of judges of the supreme court। ਅਨੁਛੇਦ 124 ਦਾ ਦੂਸਰਾ ਭਾਗ ਇਸ ਗੱਲ ਬਾਰੇ ਚਰਚਾ ਕਰਦਾ ਹੈ, ਦੱਸਦਾ ਸਾਨੂੰ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਿਵੇਂ ਹੋਏਗੀ। The judges of the supreme court are appointed by the president of India in consultation with the chief justice of India। ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਮੁੱਖ ਜੱਜ ਦੀ ਸਲਾਹ ਨਾਲ ਕੀਤੀ ਜਾਂਦੀ ਹੈ। The president may consult such judges of the Supreme Court and High Courts as he considered necessary। ਇਸ ਵਿਸ਼ੇ ਦੇ ਉੱਪਰ ਪ੍ਰੈਜ਼ੀਡੈਂਟ ਜੀ ਅਗਰ ਚਾਹੇ ਤਾਂ ਕਿਸੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਸਲਾਹ ਲੈ ਸਕਦਾ ਹੈ। The law minister also advises the president in the matters of appointment of the Supreme Court। ਇਸ ਤੋਂ ਬਿਨਾਂ ਜਿਹੜਾ ਸਾਡਾ ਕਾਨੂੰਨ ਮੰਤਰੀ ਹੁੰਦੇ ਨੇ ਉਹ ਵੀ ਰਾਸ਼ਟਰਪਤੀ ਨੂੰ ਇਸ ਮਸਲੇ ਦੇ ਉੱਪਰ ਸਲਾਹ ਦੇ ਸਕਦੇ ਨੇ। Jurisdiction of the Supreme Court। ਅਧਿਕਾਰ ਖੇਤਰ ਦੀ ਗੱਲ ਕਰਦੇ ਹਾਂ। The Supreme Court has original, appellate as well as advisory jurisdiction। ਇਹਦੇ ਅਧਿਕਾਰ ਖੇਤਰ ਦੇ ਵਿੱਚ ਤਿੰਨ ਤਰ੍ਹਾਂ ਦੇ ਕੰਮ ਆਉਂਦੇ ਨੇ। ਇੱਕ ਤਾਂ original ਕਿ ਇਹਦੇ ਵਿੱਚ ਨਵੇਂ ਕੇਸ ਦਾਖਲ ਕੀਤੇ ਜਾ ਸਕਦੇ ਨੇ। appellate ਅਪੀਲ ਕਰਨਾ ਯਾਨੀ ਕਿ ਹੋਰ ਕਿਸੇ ਕੋਰਟ ਦੇ ਫੈਸਲੇ ਦੇ ਵਿਰੁੱਧ ਅਪੀਲ ਕਰਨਾ। advisory ਹੁੰਦਾ ਸਲਾਹ ਦਾ ਜਿਹੜਾ ਖੇਤਰ ਹੈ। ਸਭ ਤੋਂ ਪਹਿਲਾਂ original jurisdiction ਦੀ ਗੱਲ ਕਰਦੇ ਹਾਂ। ਇਹਦੇ ਨਾਲ ਡੀਲ ਕਰਦਾ ਸਾਡਾ ਅਨੁਛੇਦ 131। Article 131 provides the original jurisdiction of the Supreme Court। ਇਹ ਜਿਹੜੀ ਮੂਲ ਕੰਮ ਹੈ ਇੱਥੋਂ ਸ਼ੁਰੂ ਹੁੰਦਾ ਹੈ ਉਹਦੇ ਬਾਰੇ ਗੱਲ ਕਰਦਾ। The original jurisdiction of the court extends to the disputes between the union and the states and disputes between two or more states। ਜਿਹੜੀ ਮੂਲ ਤੌਰ ਤੇ ਇੱਥੇ ਨਵੇਂ ਕੇਸ ਲੱਗਦੇ ਨੇ, ਸ਼ੁਰੂ ਹੁੰਦੇ ਨੇ ਕੇਸ, ਉਹਨਾਂ ਦੇ ਵਿੱਚ ਕੇਂਦਰ ਤੇ ਰਾਜਾਂ ਦੇ ਝਗੜੇ ਜਾਂ ਫਿਰ ਦੋ ਜਾਂ ਦੋ ਤੋਂ ਵੱਧ ਰਾਜਾਂ ਦੇ ਆਪਸੀ ਝਗੜਿਆਂ ਨਾਲ ਸੰਬੰਧਿਤ ਕੇਸ ਇੱਥੇ ਲਗਾਏ ਜਾਂਦੇ ਨੇ। The original jurisdiction of the Indian Supreme Court extends to only legal and not private persons। ਇਹ ਸਿਰਫ ਤੇ ਸਿਰਫ ਕਾਨੂੰਨੀ ਬੰਦਿਆਂ ਦੇ ਨਾਲ, ਜਿਹੜੀ ਕਾਨੂੰਨੀ ਖੇਤਰ ਦੇ ਨਾਲ ਇਹਦੀ original jurisdiction, ਇਹਦਾ ਅਧਿਕਾਰ ਖੇਤਰ ਸੀਮਿਤ ਹੈ। ਇਹਦੇ ਵਿੱਚ ਨਿੱਜੀ ਬੰਦਿਆਂ ਦੇ ਫੈਸਲੇ ਨਹੀਂ ਸੁਣੇ ਜਾਂਦੇ। ਠੀਕ ਹੈ। The only instance where a private person can directly approach the apex court is for enforcing any of the fundamental rights of the individual। ਜੇ ਤੁਸੀਂ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਲਗਾਉਣਾ ਹੈ ਤਾਂ ਤੁਸੀਂ ਸਿਰਫ ਇਸ ਬਿਹਾਫ ਤੇ ਲਗਾ ਸਕਦੇ ਹੋ ਅਗਰ ਤੁਹਾਡੇ ਕਿਸੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਹੋਈ ਹੋਵੇ। ਮੰਨ ਲਓ ਕਿਸੇ ਨਾਲ ਡਾਈਵੋਰਸ ਕੇਸ ਚੱਲ ਰਿਹਾ ਹੈ ਤਾਂ ਉਹ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਅਪੀਲ ਨਹੀਂ ਦੇ ਸਕਦਾ, ਜਿਹੜੀ original jurisdiction ਨਹੀਂ ਲਗਾ ਸਕਦਾ। ਹਾਂ, ਅਗਰ ਉਹਨੂੰ ਲੱਗਦਾ ਹੈ ਕਿ ਹੇਠਲੀ ਕਿਸੇ ਅਦਾਲਤ ਨੇ ਸਹੀ ਫੈਸਲਾ ਨਹੀਂ ਦਿੱਤਾ ਤਾਂ ਉਹਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਜ਼ਰੂਰ ਜਾ ਸਕਦਾ ਹੈ। ਪਰ ਜਿਹੜੇ ਨਵੇਂ ਮਸਲੇ ਨੇ ਉਹ ਸਿਰਫ ਜਾਂ ਤਾਂ ਬੁਨਿਆਦੀ ਅਧਿਕਾਰਾਂ ਨਾਲ ਰਿਲੇਟਡ ਹੋਣਗੇ ਜਾਂ ਫਿਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਾਂ ਫਿਰ ਕੇਂਦਰ ਦੇ ਝਗੜਿਆਂ ਦੇ ਨਾਲ ਰਿਲੇਟਡ। ਅਪੀਲੇਟ ਦਾ ਮਤਲਬ ਹੁੰਦਾ ਅਪੀਲ ਕਰਨਾ, ਵਿਰੁੱਧ। The Supreme Court has very wide appellate jurisdiction। ਇਸ ਖੇਤਰ ਦੇ ਵਿੱਚ ਇਹਦਾ ਜਿਹੜਾ ਅਧਿਕਾਰ ਖੇਤਰ ਹੈ ਕਾਫੀ ਜ਼ਿਆਦਾ ਵਿਸਤ੍ਰਿਤ ਹੈ। Appeals can be made before the apex court where the matter involves a substantial question of law। Appeals ਕਿਸੇ ਵੀ ਖੇਤਰ ਦੇ ਵਿੱਚ apex court ਦੇ ਵਿੱਚ ਲਗਾਈ ਜਾ ਸਕਦੀ ਹੈ ਜਿੱਥੇ ਕਿ ਕੋਈ ਕਾਨੂੰਨ ਦਾ ਮਹੱਤਵਪੂਰਨ ਸਵਾਲ ਹੋਵੇ ਜਿਹੜਾ ਕਿ ਹੇਠਲੀ ਅਦਾਲਤ ਤੋਂ ਹੱਲ ਨਾ ਹੋਇਆ ਹੋਵੇ। Such matter may be referred either by the sanction of the High Court or under a special leave petition। ਅਜਿਹਾ ਮੈਟਰ ਜਾਂ ਤਾਂ ਫਿਰ ਹੇਠਲੀ ਅਦਾਲਤ ਸਿੱਧਾ ਸੈਂਕਸ਼ਨ ਕਰ ਦਿੰਦੀ ਹੈ ਕਿ ਸਾਨੂੰ ਇਹ ਚੀਜ਼ ਸਮਝ ਨਹੀਂ ਆ ਰਹੀ, ਸੁਪਰੀਮ ਕੋਰਟ 'ਚ ਲੈ ਜਾਓ, ਜਾਂ ਫਿਰ ਸਪੈਸ਼ਲ ਲੀਵ ਪਟੀਸ਼ਨ ਦੇ ਰਾਹੀਂ ਵੀ ਉੱਥੇ ਜਿਹੜਾ ਕੇਸ ਹੈ ਉਹ ਭੇਜਿਆ ਜਾ ਸਕਦਾ ਹੈ।
ਆਰਟੀਕਲ 130 ਅੱਛਾ ਸਪੈਸ਼ਲ ਲੀਵ ਪਟੀਸ਼ਨ ਦੇ ਲਈ ਜਿਹੜਾ ਆਰਟੀਕਲ 136 ਦਾ ਪਾਰਟ 1 ਹੈ। ਹਾਂਜੀ, ਆਰਟੀਕਲ 132 ਦਾ ਭਾਗ ਪਹਿਲਾ ਕੀ ਕਹਿੰਦਾ ਹੈ? It empowers the Supreme Court to allow appeals against any judgment, order or decree from the High Court if the matter is certified to involve a substantial question of law by the High Court under Article 134A। Supreme Court किस उच्च अदालत के किसी फैसले, आदेश ਜਾਂ फरमान विरुद्ध अपील करने की इजाजत दिंदी है, अलाउ कर दिंदी है भी हाँ जी तुसी इत्थे अपील कर दो अगर जिहड़ा यह मामला है धारा 134A ਦੇ तहत हाई कोर्ट ने भेजिया जिहदे विच कोई महत्वपूर्ण जिहड़ा ला दा क्वेश्चन है वो शामिल है जिहदा कि आंसर वो सुप्रीम कोर्ट तो लेना चाहुंदे ने। Similarly, in criminal cases, the appeal can be made before the apex court with the prior certification of the High Court to where the accused is sentenced to death by the High Court in the reversal of his acquittal। हाँ जी, जे असी क्रिमिनल केसेस की गल करिए, अपराधिक मामलों की गल करिए तो कोई भी जिहड़ा हाई कोर्ट की जिहड़ी जजमेंट है जिहदे राही किसी नूं मौत की सज़ा दित्ती होवे उसनूं बंदा अपने फैसले नूं दोबारा रिव्यू कराउण दे लई हाई कोर्ट तो सुप्रीम कोर्ट दे विच अपील लैके जा सकदा है। ठीक है जी। इन सिविल केसेस जे असी अपने सिविल केसां दी गल करिए जिहड़े नॉर्मल केसेस हुंदे ने, एक अपराध हुंदे ने, अपराध वाले एक सिविल हुंदे ने। ठीक है जी। अपील्स कैन बी मेड बिफोर द एपेक्स कोर्ट अंडर आर्टिकल 133(1)। हुण क्रिमिनल केसेस दा केस होर सीगा। ठीक है जी, जिहड़ा एपेक्स कोर्ट सॉरी सिविल केसेस दे लई अनुच्छेद 133 की गल करते हैं। ठीक है, सबसीक्वेंट टू हाई कोर्ट्स सैंक्शन जदों इहदे विच जिहड़ा कोई भी केस है सिविल केस है हाई कोर्ट की सैंक्शन दे नाल आर्टिकल 133(1) दे अंडर एपेक्स कोर्ट के सामने लिजाया जा सकता है फैसला लैण दे लई जां कोई सवाल हल कराउण दे लई। एडवाइजरी इन्वेस्टिगेशन सलाहकार खेतर The Supreme Court is also empowered to give advisory opinion on any matter referred by the President under Article 143(1)। अनुच्छेद ਜਾਂ ਧਾਰਾ 143(1) ਦੇ ਅਨੁਸਾਰ ਸੁਪਰੀਮ ਕੋਰਟ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਅਗਰ ਰਾਸ਼ਟਰਪਤੀ ਕਿਸੇ ਵੀ ਮਸਲੇ ਤੇ ਚਾਹੇ ਤਾਂ ਇਸ ਤੋਂ ਜਿਹੜਾ ਐਡਵਾਈਜ਼ਰੀ ਓਪੀਨੀਅਨ ਪ੍ਰਾਪਤ ਕਰ ਸਕਦਾ ਹੈ। The President can seek the advisory opinion on any question of law or of public importance। ਇਹ ਜਿਹੜਾ ਸਵਾਲ ਇਹ ਜਿਹੜਾ ਸਲਾਹ ਦਾ ਖੇਤਰ ਹੈ ਇਹ ਕਿਸੇ ਵੀ ਕਾਨੂੰਨੀ ਦਾਅ ਪੇਚ ਨਾਲ ਰਿਲੇਟਡ ਹੋ ਸਕਦਾ ਹੈ ਜਾਂ ਫਿਰ ਕਿਸੇ ਜਨਤਕ ਮਹੱਤਤਾ ਵਾਲੇ ਮਸਲੇ ਤੇ ਵੀ ਇਹਨਾਂ ਤੋਂ ਰਹਿ ਲਈ ਜਾ ਸਕਦੀ ਹੈ। ਰਿਵਿਊ ਜਸਟੀਫਿਕੇਸ਼ਨ ਦੀ ਜੇ ਗੱਲ ਕਰੀਏ, ਰਿਵਿਊ ਹੁੰਦਾ ਹੈ ਸਮੀਖਿਆ ਕਰਨਾ। ਅੰਡਰ ਆਰਟੀਕਲ 137 ਦ ਸੁਪਰੀਮ ਕੋਰਟ ਇਜ਼ ਇੰਪਾਵਰਡ ਟੂ ਰਿਵਿਊ ਐਨੀ ਆਫ ਇਟਸ ਪ੍ਰੀਵੀਅਸ ਜਜਮੈਂਟ। ਇਸ ਅਨੁਛੇਦ ਦੇ ਅਨੁਸਾਰ ਆਰਟੀਕਲ 137 ਦੇ ਅਨੁਸਾਰ सुप्रीम कोर्ट ਨੂੰ शक्ति प्राप्त है कि वो अपने ही किसी फैसले ਨੂੰ भी उल्टा सकता है, ਉਹਦੀ ਸਮੀਖਿਆ कर सकता, ਉਹਦੇ ਵਿੱਚ परिवर्तन कर सकता है। हाँ जी, फंक्शन ऑफ द सुप्रीम कोर्ट जे ਅਸੀਂ ਇਹਦੇ ਕੰਮਾਂ ਦੀ ਗੱਲ ਕਰੀਏ ਇਹਦੇ ਹੇਠ ਲਿਖੇ ਕੰਮ ਨੇ। फर्स्ट ऑफ ऑल इट इज रिस्पॉन्सिबल फॉर इंटरप्रेटिंग द प्रोविजंस ऑफ द कॉन्स्टिट्यूशन। सब तो पहला ਇਹ ਸੰਵਿਧਾਨ ਦਾ ਵਿਆਖਿਆ ਕਰਨ ਵਾਲਾ ਜਿਹੜਾ ਆਰਗਨ ਹੈ ਗਵਰਨਮੈਂਟ ਦੇ ਵਿੱਚ। इफ एनी सेंट्रल और स्टेट लॉ इज फाउंड टू बी कंट्रावेनिंग or violating any of the constitution then constitutional provision then the Supreme Court can strike down such law and declare it to be unconstitutional। हाँ जी, संविधान की व्याख्या का मतलब जे इन्हां नूं लगे कि केंद्र ਜਾਂ सरकार ने राज्य सरकार ने कोई अजिहा कानून बनाता ਜਿਹੜਾ कि साडे संविधान की उलंघना करता है ਤਾਂ ਇਹ ਉਸ ਨੂੰ गैर संविधानिक घोषित करके रद्द कर सकती है सुप्रीम कोर्ट। इस पावर ਨੂੰ जुडिशियल रिव्यू कहा जाता है, न्यायिक समीक्षा। Secondly, Supreme Court frames guidelines and rules laid down for the procedure of its own functioning। Supreme Court अपने दिशा निर्देश ते नियमां नूं खुद तैयार करदा है। Supreme Court is responsible for protecting and upholding the fundamental rights of citizen। Supreme Court नूं नागरिकां दे मौलिक अधिकारां दा रक्षक भी मन्निया जांदा है। ਇਹ ਜ਼ਿੰਮੇਵਾਰ ਹੁੰਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ। ਇਸ ਦੇ ਲਈ ਇਹਨੂੰ ਆਰਟੀਕਲ 32 ਦੇ ਤਹਿਤ विशेष शक्तियां प्रदान कीतियां गई ने जिन्हों कि असीं संविधानिक उपचारां दा सिद्धांत कह दिंदे हां, अधिकार कह दिंदे हां। द कोर्ट कैन इशू रिट्स अंडर आर्टिकल 32 फॉर इनफोर्सिंग द राइट्स ऑफ सिटीजन। नागरिकां दे मुੱਢਲੇ अधिकारां दी रखिया दे लई अनुच्छेद 32 दे अनुसार भिन्न भिन्न तरह दीयां रिटां जिहड़ियां ओह इशू कर सकदी है।
Supreme Court is responsible for the protection and upholding of the integrity of entire judicial system and can punish those for contempt who make derogatory comments against the judiciary। ਇਸ ਤੋਂ ਬਿਨਾਂ ਸੁਪਰੀਮ ਕੋਰਟ ਪੂਰੇ ਭਾਰਤ ਦੇ ਵਿੱਚ ਜਿਹੜੀ ਨਿਆਂ ਪ੍ਰਣਾਲੀ ਦੀ ਅਖੰਡਤਾ ਤੇ ਸੁਰੱਖਿਆ ਨੂੰ ਬਰਕਰਾਰ ਕਰਨ ਲਈ ਜ਼ਿੰਮੇਵਾਰ ਹੈ। ਅਗਰ ਕੋਈ ਜੱਜਸ ਦੇ ਖਿਲਾਫ ਜਾਂ ਪੂਰੇ ਜੁਡੀਸ਼ੀਅਰੀ ਸਿਸਟਮ ਦੇ ਖਿਲਾਫ ਕਮੈਂਟ ਕਰਦਾ ਹੈ, ਉਹਦੀ ਮਤਲਬ ਮਰਿਆਦਾ ਨੂੰ ਭੰਗ ਕਰਦਾ, ਅਪਮਾਨਜਨਕ ਟਿੱਪਣੀ ਕਰਦਾ ਹੈ, ਤਾਂ ਉਹਦੇ ਤੇ ਕੰਟੈਂਪਟ ਆਫ ਕੋਰਟ ਹੈ ਜਿਹੜੀ ਉਹ ਦਾਇਰ ਕੀਤੀ ਜਾ ਸਕਦੀ ਹੈ। ਉਹਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ, ਸਜ਼ਾ ਵੀ ਹੋ ਸਕਦੀ ਹੈ। ਰੀਸੈਂਟਲੀ ਨਿਊਜ਼ ਦੇ ਵਿੱਚ ਰਿਹਾ ਇਹ ਮਸਲਾ ਪ੍ਰਸ਼ਾਂਤ ਭੂਸ਼ਣ ਵਾਲਾ, ਜਿਨ੍ਹਾਂ ਨੇ ਕੋਈ ਇੱਕ ਟਿੱਪਣੀ ਕਰਤੀ ਸੀ ਸਾਡੇ ਜਿਹੜਾ ਬੋਬੜੇ ਚੀਫ ਜਸਟਿਸ ਜੀ ਸੀਗੇ, ਉਹਨਾਂ ਦੇ ਖਿਲਾਫ ਜਿਹੜੀ ਕੋਰਟ ਆਫ ਕੰਟੈਂਪਟ ਦਾਇਰ ਕੀਤੀ ਗਈ ਸੀ। Next, it resolves the disputes between the union and the states as well as between two or more states। ਇਹ ਝਗੜਿਆਂ ਦਾ ਨਿਪਟਾਰਾ ਕਰਦੀ ਹੈ ਕੇਂਦਰ ਤੇ ਰਾਜਾਂ ਦੇ ਵਿੱਚ ਜਾਂ ਫਿਰ ਦੋ ਤੋਂ ਵੱਧ ਰਾਜਾਂ ਦੇ ਵਿੱਚ। It is the highest court of appeal। ਇਹ ਅਪੀਲ ਕਰਨ ਦੀ ਸਰਵਉੱਚ ਅਦਾਲਤ ਹੈ। It hears appeals against the judgments of the supreme subordinate courts and tribunals। ਜਿੰਨੀਆਂ ਵੀ ਹੇਠਲੀਆਂ ਅਦਾਲਤਾਂ ਨੇ ਜਾਂ ਟ੍ਰਿਬਿਊਨਲ ਦਾ ਅਰਥ ਹੁੰਦਾ ਉਹ ਅਦਾਲਤਾਂ ਜਾਂ ਉਹ ਇੱਕ ਬੋਡੀ ਜਿਹੜੀ ਇਸਟੈਬਲਿਸ਼ ਕੀਤੀ ਜਾਂਦੀ ਹੈ ਕਿਸੇ ਖਾਸ ਮਾਮਲੇ ਨੂੰ ਦੇਖਣ ਦੇ ਲਈ, ਠੀਕ ਹੈ ਜੀ। ਐਂਡ ਗਿਵਸ ਫਾਈਨਲ ਜਜਮੈਂਟਸ ਔਨ ਦਾ ਮੈਟਰਸ। ਇਹ ਜਿੰਨੀਆਂ ਵੀ ਟ੍ਰਿਬਿਊਨਲਸ ਦੁਆਰਾ ਜਾਂ ਹੇਠਲੀਆਂ ਅਦਾਲਤਾਂ ਦੁਆਰਾ ਕੀਤੇ ਗਏ ਫੈਸਲੇ ਹੈ ਉਹਨਾਂ ਦੇ ਵਿਰੁੱਧ ਅਪੀਲ ਸੁਣਦੀ ਹੈ ਤੇ ਉਹਦੇ ਤੇ ਅੰਤਿਮ ਨਿਰਣਾ ਸੁਣਾਉਂਦੀ ਹੈ। Article 141 provides for the subordinate courts would be bound by law laid down by the apex court। 141 ਧਾਰਾ ਦੇ ਵਿੱਚ ਇਹ ਪ੍ਰਾਵਧਾਨ ਹੈ ਕਿ ਹੇਠਲੀਆਂ ਕੋਰਟਾਂ ਨੂੰ ਹਰ ਹਾਲਤ ਦੇ ਵਿੱਚ ਜਿਹੜੀ ਐਪੈਕਸ ਕੋਰਟ ਹੈ, ਸੁਪਰੀਮ ਕੋਰਟ ਹੈ, ਉਹਦਾ ਜੋ ਨਿਰਣਾ ਉਹ ਮੰਨਣਾ ਪਏਗਾ। ਤਾਂ ਇਹ ਸੀ ਸਾਡਾ ਸੁਪਰੀਮ ਕੋਰਟ। ਤੁਸੀਂ ਦੋ ਗੱਲਾਂ ਦਾ ਪਤਾ ਕਰਨਾ ਹੈ, ਇੱਕ ਤਾਂ ਸੁਪਰੀਮ ਕੋਰਟ ਦੇ ਜੱਜ ਕਿੰਨੇ ਨੇ ਤੇ ਇੱਕ ਮੌਜੂਦਾ ਸਮੇਂ ਸੁਪਰੀਮ ਕੋਰਟ ਦੇ ਜੱਜ ਨੂੰ ਕਿੰਨੀ ਤਨਖਾਹ ਹੈ ਜਿਹੜੀ ਉਹ ਮਿਲਦੀ ਹੈ। ਸੁਪਰੀਮ ਕੋਰਟ ਦੇ ਜੱਜ ਦੇ ਜੇ ਅਸੀਂ ਕਾਰਜਕਾਲ ਦੀ ਗੱਲ ਕਰੀਏ ਤਾਂ ਉਹ 62 ਸਾਲ ਦੀ ਉਮਰ ਤੱਕ ਜਿਹੜੇ ਜੱਜਸ ਹੁੰਦੇ ਨੇ ਤੇ ਜਿਹੜਾ ਚੀਫ ਜਸਟਿਸ ਹੈ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿ ਸਕਦੇ ਨੇ। ਹਾਈ ਕੋਰਟਸ ਦੀ ਗੱਲ ਕਰੀਏ, the constitutional provides for a high court in the each state under article 214। ਹਾਂਜੀ, ਸੰਵਿਧਾਨ ਦੇ ਵਿੱਚ ਅਨੁਛੇਦ 214 ਦੇ ਵਿੱਚ ਲਿਖਿਆ ਗਿਆ ਹੈ ਕਿ ਹਰੇਕ ਸਟੇਟ ਦੀ ਹਾਈ ਕੋਰਟ ਹੋਏਗੀ। However, the parliament is empowered to establish a common high court by law for more or two states। ਇਸ ਤੋਂ ਬਿਨਾਂ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਜੇ ਸਾਡੀ ਸੰਸਦ ਚਾਹੇ ਤਾਂ ਕਾਨੂੰਨ ਪਾਸ ਕਰਕੇ ਦੋ ਤੋਂ ਵੱਧ ਸਟੇਟਸ ਦੀ ਇੱਕ ਸਾਂਝੀ ਹਾਈ ਕੋਰਟ ਵੀ ਇਸਟੈਬਲਿਸ਼ ਕਰ ਸਕਦੀ ਹੈ। ਫॉर एग्जांपल ए हाई कोर्ट ऑफ पंजाब एंड हरियाणा फॉर जस्टिफिकेशन ओवर बोथ पंजाब एज वेल एज हरियाणा। उदाहरण के तौर पे पंजाब ते हरियाणा की एक जिहड़ी सांझी हाई कोर्ट हैगी है पंजाब एंड हरियाणा हाई कोर्ट विच इज लोकेटेड एट चंडीगढ़। देयर आर 25 हाई कोर्ट्स इन इंडिया। जे मौजूदा समय गल करिए तो पूरे भारत दे विच 25 हाई कोर्ट्स ने। अपॉइंटमेंट ऑफ जजेस ऑफ द हाई कोर्ट, जे नियुक्ति की गल करिए तो जजेस ऑफ द हाई कोर्ट्स आर अपॉइंटेड बाय द प्रेजिडेंट। इन्हां दी नियुक्ति राष्ट्रपति द्वारा ही की जाती है। इन द केस ऑफ चीफ जस्टिस ऑफ द हाई कोर्ट द अपॉइंटमेंट इज मेड बाय द प्रेजिडेंट आफ्टर कंसल्टिंग द चीफ जस्टिस ऑफ इंडिया एंड गवर्नर ऑफ द कंसर्नड स्टेट। जे असीं मुख जज की गल करिए तो इहदी नियुक्ति भी राष्ट्रपति द्वारा की जाती है ते इस मसले दे विच ओह जिहड़े इंडिया के चीफ जस्टिस ते उस राज दे राजपाल की सलाह लै सकदा है। With respect to other judges of the High Court, the President is required to consult the Chief Justice of the concerned High Court। ਤੇ ਜਦੋਂ ਦੂਜੇ ਜੱਜਾਂ ਦੀ ਚੋਣ ਕਰਨੀ ਹੁੰਦੀ ਹੈ ਤਾਂ ਉਹ ਉਸੇ ਜਿਹੜੇ ਸਟੇਟ ਦੇ ਜੱਜਸ ਦੀ ਚੋਣ ਕਰਨੀ ਹੈ ਉਸੇ ਸਟੇਟ ਦੇ ਜਿਹੜੇ ਚੀਫ ਜਸਟਿਸ ਹੈ ਉਹਦੇ ਨਾਲ ਸਲਾਹ ਮਸ਼ਵਰਾ ਕਰ ਸਕਦਾ ਹੈ। ਫੰਕਸ਼ਨਸ ਦੀ ਗੱਲ ਕਰੀਏ ਤਾਂ ਜਿਵੇਂ ਅਸੀਂ ਸੁਪਰੀਮ ਕੋਰਟ ਦੀ ਗੱਲ ਕੀਤੀ ਸੀ ਉਸੇ ਤਰੀਕੇ ਨਾਲ ਹਾਈ ਕੋਰਟ ਕੰਟਰੋਲਸ ਦਾ ਫੰਕਸ਼ਨਿੰਗ ਆਫ ਦਾ ਸਬਆਰਡੀਨੇਟ ਕੋਰਟਸ। ਹੁਣ ਇੱਥੋਂ ਸੁਪਰੀਮ ਕੋਰਟ ਬਾਹਰ ਹੋਗੀ ਕਿਉਂਕਿ ਇਹ ਵਿੱਚ ਵਿਚਾਲੇ ਦੇ ਲੈਵਲ ਦੀ ਆ ਗਈ ਤਾਂ ਇਹ ਆਪਣੇ ਤੋਂ ਹੇਠਲੀਆਂ ਜਿਹੜੀਆਂ ਕੋਰਟਸ ਨੇ ਉਹਨਾਂ ਦੀ ਫੰਕਸ਼ਨਿੰਗ ਨੂੰ ਕੰਟਰੋਲ ਕਰਦਾ ਐਂਡ ਇਸ਼ੂਜ਼ ਰੂਲਸ ਐਂਡ ਗਾਈਡਲਾਈਨਸ ਫॉर देयर ਫੰਕਸ਼ਨਿੰਗ। ਤੇ ਆਪਣੇ ਖੇਤਰ ਦੇ ਵਿੱਚ ਹਰੇਕ ਹਾਈ ਕੋਰਟ ਦੇ ਖੇਤਰ ਵਿੱਚ ਜਿੰਨੀਆਂ ਸਬਆਰਡੀਨੇਟ ਕੋਰਟਸ ਪੈਂਦੀਆਂ ਉਹਨਾਂ ਦੇ ਨਿਯਮ ਤੇ ਜਿਹੜੀਆਂ ਹਦਾਇਤਾਂ ਇਸ਼ੂ ਕਰਦਾ। ਦ ਹਾਈ ਕੋਰਟ ਹੀਅਰ ਅਪੀਲਸ ਅਗੇਂਸਟ ਦ ਜਜਮੈਂਟ ਐਂਡ ਆਰਡਰਸ ਆਫ ਦ ਸਬਆਰਡੀਨੇਟ ਕੋਰਟ। ਇਹ ਆਪਣੇ ਤੋਂ ਹੇਠਲੀਆਂ ਅਦਾਲਤਾਂ ਦੇ ਵਿਰੁੱਧ अपीलों ते फैसले दिंदा है। The High Court is empowered to issue writs to safeguard the fundamental rights of the individuals, just like
ਸੁਪਰੀਮ ਕੋਰਟ ਇਹਦੇ ਕੋਲ ਵੀ ਰਿਟ ਇਸ਼ੂ ਕਰਨ ਦੀ ਸ਼ਕਤੀ ਹੈ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ। ਦ ਹਾਈ ਕੋਰਟ ਹੈਵ ਦ ਪਾਵਰ ਆਫ ਜੁਡੀਸ਼ੀਅਲ ਰਿਵਿਊ, ਜਿਵੇਂ ਆਪਾਂ ਸੁਪਰੀਮ ਕੋਰਟ ਦੀ ਗੱਲ ਕੀਤੀ ਸੀ ਕਿ ਕੇਂਦਰੀ ਕਾਨੂੰਨਾਂ ਦੇ ਉੱਪਰ ਚੈੱਕ ਰੱਖਦੀ ਹੈ, ਇਹ ਵੀ ਆਪਣੇ ਆਪਣੇ ਸਟੇਟ ਦੇ ਜਿਹੜੇ ਕਾਨੂੰਨ ਹੈ ਉਹਨਾਂ ਦੇ ਉੱਪਰ ਚੈੱਕ ਰੱਖਦੀ ਹੈ ਤੇ ਕੋਈ ਵੀ ਲਾ ਅਗਰ ਕਨਸਟੀਟਿਊਸ਼ਨ ਦੀਆਂ ਪ੍ਰੋਵੀਜ਼ਨਸ ਦੇ ਅਕੋਰਡਿੰਗ ਨਹੀਂ ਹੈ ਤਾਂ ਉਹਨੂੰ ਗੈਰ ਸੰਵਿਧਾਨਿਕ ਕਹਿ ਕੇ ਰੱਦ ਕੀਤਾ ਜਾ ਸਕਦਾ ਹੈ, ਜਿਹਨੂੰ ਕਿ ਅਸੀਂ ਜੁਡੀਸ਼ੀਅਲ ਰਿਵਿਊ ਕਹਿ ਦਿੰਦੇ ਹਾਂ। The High Court has power of judicial review and can declare a law to be void if it is found to be in contravention of the provisions of the Constitution. If a matter before the subordinate court involves the subsequent question of law, ਜਿੱਦਾਂ ਅਸੀਂ ਗੱਲ ਕੀਤੀ ਸੀ ਕਿ ਜਦੋਂ ਹਾਈ ਕੋਰਟ ਕੋਲ ਖੁਦ ਕੋਈ ਕੁਐਸਚਨ ਹੁੰਦਾ ਸੀ ਜਿੱਤੇ ਇਹ ਜਾਣਨਾ ਚਾਹੁੰਦਾ ਸੀ ਰਾਏ ਕਿਸੇ ਮਤਲਬ ਕਾਨੂੰਨੀ ਸਵਾਲ ਦਾ ਹੱਲ ਪੁੱਛਣਾ ਚਾਹੁੰਦਾ ਸੀ ਤਾਂ ਇਹ ਸੁਪਰੀਮ ਕੋਰਟ ਕੋਲੇ ਜਾਂਦਾ ਸੀ। ਇਸੇ ਤਰੀਕੇ ਨਾਲ ਅਗਰਲੀਆਂ ਹੇਠਲੀਆਂ ਅਦਾਲਤਾਂ ਦੇ ਵਿੱਚ ਕੋਈ ਕੁਐਸਚਨ ਆਫ ਲਾ ਹੁੰਦਾ ਹੈ ਤਾਂ ਉਹ ਮੈਟਰ ਨੂੰ ਇਹਦੇ ਅੱਗੇ ਪੇਸ਼ ਕੀਤਾ ਜਾ ਸਕਦਾ ਹੈ। ਦੈਨ ਦ ਹਾਈ ਕੋਰਟ ਇਜ਼ ਇੰਪਾਵਰਡ ਟੂ ਵਿਥਡਰਾ ਦਾ ਮੈਟਰ ਐਂਡ ਹੀਅਰ ਦਾ ਮੈਟਰ। ਤਾਂ ਜਿਹੜਾ ਹਾਈ ਕੋਰਟ ਹੈ ਇਹਦੇ ਕੋਲ ਸ਼ਕਤੀ ਹੈ ਕਿ ਉੱਥੋਂ ਉਹ ਮਾਮਲਾ ਵਾਪਸ ਲਿਆ ਕੇ ਉਹਦੇ ਤੇ ਖੁਦ ਸੁਣਵਾਈ ਕਰ ਸਕਦਾ ਹੈ। ਅੱਗੇ ਜੁਰਿਸਡਿਕਸ਼ਨ ਦੀ ਗੱਲ ਕਰਦੇ ਹਾਂ, ਬਿਲਕੁਲ ਆਲਮੋਸਟ ਸੇਮ ਹੋਏਗਾ। ਇਹਦੇ ਵਿੱਚ ਕੀ ਜੁਰਿਸਡਿਕਸ਼ਨ ਹੈ? ਪਹਿਲੀ ਗੱਲ ਤਾਂ ਇਹਦਾ ਅਧਿਕਾਰ ਖੇਤਰ ਉਸ ਸਟੇਟ ਤੱਕ ਸੀਮਿਤ ਹੈ ਜਿਹਦੇ ਵਿੱਚ ਇਹ ਇਸਟੈਬਲਿਸ਼ ਕੀਤੀ ਗਈ ਹੈ ਜਾਂ ਜਿਹਦੇ ਲਈ ਇਹਨੂੰ ਰਿਸਪੌਂਸਿਬਲ ਬਣਾਇਆ ਗਿਆ। ਸਭ ਤੋਂ ਪਹਿਲਾਂ ਓਰੀਜਨਲ ਜੁਰਿਸਡਿਕਸ਼ਨ ਦੀ ਗੱਲ ਕਰਦੇ ਹਾਂ। The High Court has original jurisdiction is matter related to the enforcement of fundamental rights. ਤਾਂ fundamental rights ਨਾਲ ਰਿਲੇਟਡ ਮਾਮਲੇ ਇਹਦੇ ਕੋਲ ਸ਼ੁਰੂ ਕੀਤੇ ਜਾ ਸਕਦੇ ਨੇ। Certain revenue matters, ਕੁਝ ਮਾਲੀ ਮਾਮਲੇ and election to the state legislature, ਤੇ ਰਾਜ ਵਿਧਾਨ ਦੀਆਂ ਚੋਣਾਂ ਨਾਲ ਸੰਬੰਧਿਤ ਮਸਲੇ ਇਹਦੇ ਕੋਲ ਆ ਸਕਦੇ ਨੇ। The High Court has power to punish for its contempt under Article 215. ਤੇ ਹਾਈ ਕੋਰਟ ਕੋਲ ਜਿਹੜਾ ਆਪਾਂ ਉੱਪਰ ਗੱਲ ਕਰਕੇ ਆਏ ਸੀ ਕੰਟੈਂਪਟ ਆਫ ਕੋਰਟ, ਉਹਦੇ ਰਾਹੀਂ ਇਹਦੇ ਕੋਲ ਵੀ ਸ਼ਕਤੀ ਹੈ ਕਿ ਅਗਰ ਕੋਈ ਉਹਦੀ ਉਲੰਘਣਾ ਕਰਦਾ ਹੈ ਮਰਿਆਦਾ ਦੀ ਤਾਂ ਉਹਦੇ ਅਗੇਂਸਟ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਨੁਛੇਦ 215 ਦੇ ਰਾਹੀਂ। ਅਪੀਲੇਟ ਜੁਰਿਸਡਿਕਸ਼ਨ ਦੇ ਲਈ ਇਹ ਸਿਰਫ ਹੇਠਲੀ ਅਦਾਲਤਾਂ ਲਈ ਜ਼ਿੰਮੇਵਾਰ ਹੈ। The high courts have appellate jurisdiction with reference to both civil and criminal matters. ਜਿਹੜੇ ਫੌਜਦਾਰੀ ਤੇ ਜਿਹੜੇ ਸਿਵਲ ਮੈਟਰਸ ਹੁੰਦੇ ਨੇ ਦੋਵਾਂ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇਹਦੇ ਕੋਲ ਅਪੀਲੀ ਅਧਿਕਾਰ ਖੇਤਰ ਹੈ। Where the accused is sentenced to 7 years of imprisonment or more or to the death penalty by the session court, an appeal can be made before the high court. ਅਗਰ ਥੱਲੇ ਦੀ ਜਿਹੜੀ ਕ੍ਰਿਮੀਨਲ ਕੋਰਟ ਹੈ, ਠੀਕ ਹੈ, ਜਿਹੜੀ ਆਪਣੀ ਸੈਸ਼ਨ ਕੋਰਟ ਹੈਗੀ ਹੈ, ਅਗਰ ਉਹ 7 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਜਾਂ ਫਿਰ ਮੌਤ ਦੀ ਸਜ਼ਾ ਸੁਣਾਉਂਦਾ ਹੈ ਤਾਂ ਉਹਦੇ ਵਿਰੁੱਧ ਜਿਹੜਾ ਚੈਲੰਜ ਅਪੀਲ ਬਣਾਈ ਜਾ ਸਕਦੀ ਹੈ ਹਾਈ ਕੋਰਟ ਦੇ ਵਿੱਚ। Furthermore, the cases involving substantial question of law can be appealed before the high court. ਜਾਂ ਜਿਨ੍ਹਾਂ ਦੇ ਵਿੱਚ ਕੋਈ ਸਵਾਲ ਉੱਠਦਾ ਹੋਵੇ ਕਿ ਸਹੀ ਕੰਮ ਨਹੀਂ ਹੋਇਆ, ਉਹਨਾਂ ਦੇ ਅਗੇਂਸਟ ਵੀ ਅਪੀਲ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਜਾ ਸਕਦੀ ਹੈ। ਅੱਗੇ ਗੱਲ ਕਰਦੇ ਰਿਟ। ਆਪਾਂ ਉੱਪਰ ਗੱਲ ਕੀਤੀ ਸੀ ਕਿ ਇਹ ਵੀ ਬੁਨਿਆਦੀ ਅਧਿਕਾਰਾਂ ਦੀ ਰੱਖਿਅਕ ਹੈ। ਤਾਂ ਆਰਟੀਕਲ 226 ਬਹੁਤ ਹੀ ਇੰਪੋਰਟੈਂਟ ਮੈਟਰ ਹੈ, ਯਾਦ ਰੱਖਿਓ। ਸੁਪਰੀਮ ਕੋਰਟ ਦੇ ਲਈ ਆਰਟੀਕਲ 32 ਦੀ ਗੱਲ ਕੀਤੀ ਸੀ, ਹਾਈ ਕੋਰਟ ਦੇ ਲਈ ਆਰਟੀਕਲ 226 ਹੈ। The Article 226 of the Constitution empowers the High Court to issue writs for the enforcement of the laws of the rights of the individual. ਅਨੁਛੇਦ 226 ਇਸ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ, ਇੰਪਾਵਰ ਕਰਦਾ ਹੈ ਰਿਟ ਇਸ਼ੂ ਕਰਨ ਦੇ ਲਈ। It is pertinent to note that the High Court can issue writs for the enforcement of fundamental as well as legal rights. ਇਹ ਗੱਲ ਜ਼ਿਕਰਯੋਗ ਹੈ ਕਿ ਹਾਈ ਕੋਰਟ ਮੌਲਿਕ ਦੇ ਨਾਲ ਕਾਨੂੰਨੀ ਅਧਿਕਾਰਾਂ ਦੇ ਸੰਬੰਧੀ ਵੀ ਰਿਟ ਜਾਰੀ ਕਰ ਸਕਦੇ। ਹਾਂਜੀ, ਸੁਪਰਵਾਈਜ਼ਰੀ ਜੁਰਿਸਡਿਕਸ਼ਨ। ਸੁਪਰਵਾਈਜ਼ਰੀ the article 227 of the constitution confers supervisory jurisdiction on the high court. ਹਾਂਜੀ, ਤਾਂ ਇਹ ਸੰਵਿਧਾਨ ਦੇ ਵਿੱਚ ਪ੍ਰਾਵਧਾਨ ਹੈ ਕਿ ਅਨੁਛੇਦ 227 ਦੇ ਤਹਿਤ ਜਿਹੜਾ ਇਹ ਸੁਪਰਵਾਈਜ਼ਰੀ ਜੁਰਿਸਡਿਕਸ਼ਨ ਇਹਦੇ ਕੋਲ ਹੈ, ਮਤਲਬ ਦੇਖਣ ਦਾ ਸੁਪਰਵਾਈਜ਼ ਕਰਨ ਦਾ ਅਧਿਕਾਰ ਖੇਤਰ ਹੈ। The High Court exercises superintendence over all such courts and tribunals that are established within the territorial jurisdiction. ਉਹ ਸਾਰੀਆਂ ਹੇਠਲੀਆਂ ਅਦਾਲਤਾਂ ਤੇ ਟ੍ਰਿਬਿਊਨਲ ਜਿਹੜੇ ਇਹਦੇ ਅਧਿਕਾਰ ਖੇਤਰ ਚ ਆਉਂਦੇ ਨੇ ਸਾਰਿਆਂ ਦੇ ਉੱਪਰ ਇਹ ਨਿਗਰਾਨੀ ਰੱਖਦਾ ਹੈ। ਰਿਵਿਊ ਜੁਰਿਸਡਿਕਸ਼ਨ ਦੇ ਵਿੱਚ
Article 2 to 7 confers the review jurisdiction on the high courts and empowers them to review their own judgments and orders। ਆਪਾਂ ਉੱਪਰ ਗੱਲ ਕਰਕੇ ਆਏ ਸੀ ਕਿ ਸੁਪਰੀਮ ਕੋਰਟ ਆਪਣੇ ਹੀ ਨਿਰਣਿਆਂ ਦੀ ਸਮੀਖਿਆ ਕਰ ਸਕਦੀ ਸੀ, ਇਸੇ ਤਰੀਕੇ ਨਾਲ ਹਾਈ ਕੋਰਟ ਵੀ ਅਨੁਛੇਦ 226 ਦੇ ਤਹਿਤ ਆਪਣੇ ਹੀ ਜਿਹੜੇ ਕੀਤੇ ਹੋਏ ਫੈਸਲੇ ਉਹਨਾਂ ਦੀ ਸਮੀਖਿਆ ਕਰ ਸਕਦੀ ਹੈ, ਉਹਨਾਂ ਤੇ ਪੁਨਰ ਵਿਚਾਰ ਕਰ ਸਕਦੀ ਹੈ। The High Courts entertain a review petition when there had been material error resulting in miscarriage of justice or where there has been a flagrant procedural issue। अगर लगता है कि उच्च अदालतां तो कोई गलती हुई है, ठीक है, कोई नतीजा देंदे समय ਜਾਂ ਕੋਈ ਸਪਸ਼ਟ ਪ੍ਰਕਿਰਿਆ ਨਹੀਂ ਸੀ ਤਾਂ ਇਸੇ ਦੇ ਵਿਰੁੱਧ ਦੁਬਾਰਾ ਜਿਹੜੀ ਰਿਵਿਊ ਪਟੀਸ਼ਨ ਇਹਦੇ ਵਿੱਚ ਦਾਖਲ ਕੀਤੀ ਜਾ ਸਕਦੀ ਹੈ। An appeal can be made before the High Court against the order of session judge to sentence the accused for a term exceeding 7 years। ਇਸ ਤੋਂ ਇਲਾਵਾ ਆਪਾਂ ਪਹਿਲਾਂ ਵੀ ਪੜ੍ਹ ਲਈ ਇਹ ਗੱਲ ਕਿ ਅਗਰ ਸੈਸ਼ਨ ਜੱਜ 7 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਦਿੰਦਾ ਅਪਰਾਧਿਕ ਮਾਮਲੇ ਦੇ ਵਿੱਚ ਤਾਂ ਉਹਦੇ ਵਿਰੁੱਧ ਵੀ ਜਿਹੜੀ ਪਟੀਸ਼ਨ ਹੈ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਜਾ ਸਕਦੀ ਹੈ। An appeal can also be made before the High Court in case certain cases from the order of the metropolitan or other judicial magistrates। अगर कोई होर जुडिशियल मैजिस्ट्रेट ਜਾਂ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਈ ਆਰਡਰ ਸੁਣਾਉਂਦਾ ਤਾਂ ਉਹਦੇ ਕੇਸਸ ਦੇ ਵਿੱਚ ਵੀ ਫੈਸਲਾ ਭੇਜਿਆ ਜਾ ਸਕਦਾ ਅਪੀਲ ਦੇ ਲਈ ਹਾਈ ਕੋਰਟ ਦੇ ਵਿੱਚ। However, it is pertinent to note that no appeal can be made before the High Court in relation to petty cases। ਇਹ ਜ਼ਿਕਰਯੋਗ ਗੱਲ ਹੈ ਕਿ ਛੋਟੇ ਛੋਟੇ ਕੇਸਾਂ ਦੇ ਮਸਲੇ ਦੇ ਵਿੱਚ ਜਿਹੜੀ ਪਟੀਸ਼ਨ ਹੈ ਅਪੀਲ ਹੈ ਉਹ ਹਾਈ ਕੋਰਟ ਦੇ ਵਿੱਚ ਨਹੀਂ ਕੀਤੀ ਜਾ ਸਕਦੀ, ਕਿਸੇ ਮੇਜਰ ਮਸਲੇ ਦੇ ਵਿੱਚ ਹੀ ਅਸੀਂ ਜਿਹੜੀ ਅਪੀਲ ਹੈ ਉਹ ਕਰ ਸਕਦੇ। ਬਾਰ-ਬਾਰ ਸ਼ਬਦ ਦੀ ਵਰਤੋਂ ਹੋਈ ਹੈ ਰਿਟ ਦੀ, ਸੁਪਰੀਮ ਕੋਰਟ 'ਚ ਵੀ ਪੜ੍ਹਿਆ, ਹਾਈ ਕੋਰਟ 'ਚ ਵੀ ਪੜ੍ਹਿਆ। ਅੱਗੇ ਵਧਣ ਤੋਂ ਪਹਿਲਾਂ ਰਿਟ ਦੇ ਉੱਪਰ ਗੱਲ ਕਰਦੇ ਆ ਕਿਉਂਕਿ ਕਈ ਵਾਰੀ ਪ੍ਰਸ਼ਨ ਆ ਜਾਂਦਾ ਹੈ ਕਿੰਨੇ ਤਰ੍ਹਾਂ ਦੀਆਂ ਰਿਟਸ ਸੁਪਰੀਮ ਕੋਰਟ ਜਾਂ ਹਾਈ ਕੋਰਟ ਇਸ਼ੂ ਕਰ ਸਕਦਾ ਹੈ, ਕਿ ਪਾਰਟਿਕੂਲਰ ਰਿਟ ਦਾ ਮੀਨਿੰਗ ਵੀ ਪੁੱਛ ਲਿਆ ਜਾਂਦਾ ਹੈ। Writs are written order। writ ਦਾ ਕੀ ਮਤਲਬ ਹੈ? written order from the Supreme Court or High Court that commands constitutional remedies for Indian citizen against the violation of their fundamental rights। ਜਿਹੜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਲਿਖਤੀ ਹੁਕਮ ਹੁੰਦੇ ਨੇ ਉਹ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਉਪਚਾਰਾਂ ਦਾ ਹੁਕਮ ਦਿੰਦੇ ਨੇ, ਮਤਲਬ ਕਨਸਟੀਟਿਊਸ਼ਨਲ ਉਪਚਾਰ ਕਰਦੇ ਨੇ। Article 32 in the Indian Constitution deals with the constitutional remedy that is Indian citizen can seek from the Supreme Court of India and High Court against the violation of their fundamental rights। ਸੰਵਿਧਾਨ ਦੇ ਅਨੁਛੇਦ 32 ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਗਰ ਕਿਸੇ ਨਾਗਰਿਕ ਦੇ ਬੁਨਿਆਦੀ ਅਧਿਕਾਰਾਂ ਦਾ ਉਲੰਘਣ ਹੋਵੇ ਤਾਂ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਰਿਟ ਪਾ ਸਕਦਾ ਹੈ। The same article gives the Supreme Court power to issue writs। ਇਸੇ ਆਰਟੀਕਲ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਸੁਪਰੀਮ ਕੋਰਟ 5 ਤਰ੍ਹਾਂ ਦੇ ਰਿਟਸ ਇਸ਼ੂ ਕਰ ਸਕਦਾ ਹੈ ਫॉर द ਇਨਫੋਰਸਮੈਂਟ ਆਫ ਰਾਈਟਸ, ਅਧਿਕਾਰਾਂ ਨੂੰ ਲਾਗੂ ਕਰਨ ਦੇ ਲਈ। ਵੇਅਰ ਐਵਰ ਦ ਹਾਈ ਕੋਰਟ ਹੈਜ਼ ਦ ਸੇਮ ਪਾਵਰ, ਹਾਈ ਕੋਰਟ ਕੋਲ ਵੀ ਸੇਮ ਸ਼ਕਤੀ ਹੈ ਪਰ ਉਹਦਾ ਜਿਹੜਾ ਅਨੁਛੇਦ ਹੈ ਅੰਡਰ ਆਰਟੀਕਲ 2 to 6। both court issue 5 kinds of writs for enforcing the fundamental rights of the citizen। ਦੋਵੇਂ ਹੀ ਤਰ੍ਹਾਂ ਦੀਆਂ ਕੋਰਟ 5 ਤਰ੍ਹਾਂ ਦੀਆਂ ਰਿਟ ਇਸ਼ੂ ਕਰ ਸਕਦੀਆਂ ਨੇ। ਕਿਹੜੀਆਂ ਨੇ? ਹੇਬਸ ਕਾਰਪਸ, ਮੈਂਡਮਸ, ਪ੍ਰੋਹਿਬਿਸ਼ਨ, ਸਰਟਿਓਰੀ, ਕਿਉ ਵਾਰੰਟੋ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੇਬੀਅਸ ਕਾਰਪਸ ਦੀ। ਹੈਬੀਅਸ ਕਾਰਪਸ ਇੱਕ ਲੈਟਿਨ ਵਰਡ ਹੈ। ਲੈਟਿਨ ਮੀਨਿੰਗ ਆਫ ਦਾ ਵਰਡ ਹੇਬੀਅਸ ਕਾਰਪਸ ਇਜ਼ ਟੂ ਹੈਵ ਦਾ ਬੋਡੀ ਆਫ। ਹਾਂਜੀ, ਇਸ ਦਾ ਮਤਲਬ ਕੀ ਹੁੰਦਾ? ਸਰੀਰ ਹੋਣਾ, ਬੋਡੀ ਹੋਣਾ। The writ is used to enforce the fundamental right of individual liberty against unlawful detention। ਇਹ ਜਿਹੜੀ ਰਿਟ ਹੈ ਇਹ ਲਾਗੂ ਕੀਤੀ ਜਾਂਦੀ ਹੈ ਕਿ ਕਿਸੇ ਜਿਹੜਾ ਵਿਅਕਤੀ ਹੈ ਉਹਨੂੰ ਆਜ਼ਾਦੀ ਹੈ, ਬਿਨਾਂ ਕਿਸੇ ਕਾਰਨ ਤੋਂ ਉਹਨੂੰ ਕੈਦ ਨਹੀਂ ਕੀਤਾ ਜਾ ਸਕਦਾ। ਵਿਅਕਤੀਗਤ ਆਜ਼ਾਦੀ ਹੈ, ਉਹਨੂੰ ਤੁਸੀਂ ਡਿਟੇਨ ਨਹੀਂ ਕਰ ਸਕਦੇ ਗੈਰ ਕਾਨੂੰਨੀ ਢੰਗ ਨਾਲ। ਥਰੂ ਹੈਬੀਅਸ ਕਾਰਪਸ ਸੁਪਰੀਮ ਕੋਰਟ or high court orders one person who has arrested another person to bring the body of the latter before the court। ਇਸ ਰਿਟ ਦੇ ਤਹਿਤ ਸੁਪਰੀਮ ਕੋਰਟ ਜਾਂ ਹਾਈ ਕੋਰਟ ਕਿਸੇ ਵਿਅਕਤੀ ਨੂੰ ਇਹ ਆਦੇਸ਼ ਦਿੰਦੀ ਹੈ ਕਿ ਜਿਹੜੇ ਵਿਅਕਤੀ ਨੂੰ ਉਹਨੇ ਕੈਦ ਕੀਤਾ, ਗ੍ਰਿਫਤਾਰ ਕੀਤਾ, ਜਿਵੇਂ ਕਈ ਵਾਰੀ ਪੁਲਿਸ ਨੇ ਕੈਦ ਕਰ ਲਿਆ, ਠੀਕ ਹੈ, ਤਾਂ ਉਹਨੂੰ ਕਿਹਾ ਜਾਂਦਾ ਹੈ ਕਿ ਬੰਦੇ ਨੂੰ ਪੇਸ਼ ਕੀਤਾ ਜਾਵੇ ਕੋਰਟ ਦੇ ਸਾਹਮਣੇ ਇਸ ਚੀਜ਼ ਦਾ ਨਿਰਣਾ ਕਰਨ ਲਈ ਕਿ ਉਹਨੂੰ ਕੈਦ ਕੀਤਾ ਜਾਣਾ ਚਾਹੀਦਾ ਸੀ ਜਾਂ ਨਹੀਂ। ਮੈਂਡੇਮਸ, ਮੈਂਡੇਮਸ ਦਾ ਲਿਟਰਲ ਮੀਨਿੰਗ ਕੀ ਹੈ? ਵੀ ਕਮਾਂਡ, ਅਸੀਂ ਹੁਕਮ ਦਿੰਦੇ ਹਾਂ। The writ is used by the court to order the public official। ਇਸ ਰਿਟ ਦੇ ਰਾਹੀਂ ਕੋਰਟ
ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਆਰਡਰ ਦਿੰਦੀ ਹੈ। ਕੀ ਆਰਡਰ ਦਿੰਦੀ ਹੈ? ਡਿਊਟੀ ਕਰਨ ਦੇ ਲਈ। ਹੂ ਹੈਡ ਫੇਲ ਟੂ ਪਰਫਾਰਮ ਹਿਸ ਡਿਊਟੀ, ਜਿਹੜਾ ਵਿਅਕਤੀ ਆਪਣੀ ਡਿਊਟੀ ਪਰਫਾਰਮ ਕਰਨ ਦੇ ਅਯੋਗ ਸੀ, ਨਹੀਂ ਸਿੱਧ ਕਰ ਸਕਿਆ ਇਸ ਚੀਜ਼ ਨੂੰ, ਔਰ ਰਿਫਿਊਜ਼ ਟੂ ਡੂ ਹਿਸ ਡਿਊਟੀ, ਜਾਂ ਤਾਂ ਉਹ ਕਰਨ ਦੇ ਅਯੋਗ ਹੈ ਜਾਂ ਉਹਨੇ ਮਨਾ ਕਰਤਾ ਵੀ ਮੈਂ ਡਿਊਟੀ ਨਹੀਂ ਕਰਦਾ, ਟੂ ਰਿਜ਼ਿਊਮ ਹਿਸ ਵਰਕ, ਕਿ ਉਹ ਆਪਣਾ ਕੰਮ ਦੁਬਾਰਾ ਕਰੇ, ਮੁੜ ਸ਼ੁਰੂ ਕਰੇ। ਬਿਸਾਈਡਸ ਪਬਲਿਕ ਆਫੀਸ਼ੀਅਲ, ਸਰਕਾਰੀ ਕਰਮਚਾਰੀਆਂ ਤੋਂ ਬਿਨਾ ਮੈਂਡੇਮਸ ਕੈਨ ਬੀ ਇਸ਼ੂਡ ਅਗੇਂਸਟ ਐਨੀ ਪਬਲਿਕ ਬੋਡੀ, ਕਿਸੇ ਵੀ ਜਨਤਕ ਸੰਸਥਾ ਨੂੰ, ਕਾਰਪੋਰੇਸ਼ਨ ਨੂੰ, ਹੇਠਲੀ ਕੋਰਟ ਨੂੰ, ਟ੍ਰਿਬਿਊਨਲ ਨੂੰ ਜਾਂ ਸਰਕਾਰ ਨੂੰ ਕਿ ਸੇਮ ਪਰਪਸ ਦੇ ਲਈ ਇਸ਼ੂ ਕੀਤੀ ਜਾ ਸਕਦੀ ਹੈ ਵੀ ਬਾਈ ਤੁਸੀਂ ਆਪਣਾ ਕੰਮ ਨਹੀਂ ਕਰਦੇ, ਇਹਨੂੰ ਕਰੋ। ਅੱਗੇ ਆਉਂਦਾ ਜੀ ਪ੍ਰੋਹਿਬਿਸ਼ਨ। ਪ੍ਰੋਹਿਬਿਸ਼ਨ ਦਾ ਲਿਟਰਲ ਮੀਨਿੰਗ ਹੁੰਦਾ ਟੂ ਫੋਰਬਿਡ, ਮਨਾ ਕਰਨਾ। A court that is higher in position issues a prohibition writ against the court that is lower in position to prevent the latter from exceeding its jurisdiction or usurping a jurisdiction that it does not possess. It directs in activity. ਹਾਂਜੀ, ਲਿਟਰਲ ਮੀਨਿੰਗ ਇਹਦਾ ਸ਼ਾਬਦਿਕ ਅਰਥ ਕੀ ਹੈ? ਮਨਾ ਕਰਨਾ। ਇਹਦੇ ਵਿੱਚ ਕੋਈ ਵੀ ਜਿਹੜੀ ਉੱਪਰਲੀ ਅਦਾਲਤ ਹੈ, ਠੀਕ ਹੈ, ਉਹ ਹੇਠਲੀ ਅਦਾਲਤ ਦੇ ਵਿਰੁੱਧ ਰਿਟ ਜਾਰੀ ਕਰਦੀ ਹੈ, ਠੀਕ ਹੈ, ਤਾਂ ਕਿ ਇਹ ਆਪਣੇ ਹੇਠਲੀ ਕੋਰਟ ਨੂੰ ਆਪਣੇ ਅਧਿਕਾਰ ਖੇਤਰ ਨੂੰ ਲੋੜ ਤੋਂ ਵੱਧ ਵਰਤਣ ਤੋਂ ਰੋਕ ਸਕੇ। ਕਈ ਵਾਰੀ ਕੀ ਹੁੰਦਾ ਹੈ, ਹੇਠਲੀਆਂ ਅਦਾਲਤ ਆਪਣੇ ਅਧਿਕਾਰ ਖੇਤਰ ਤੋਂ ਵੱਧ ਜਾ ਕੇ ਕੰਮ ਕਰਦੀ ਹੈ, ਤਾਂ ਉਸ ਨੂੰ ਰੋਕਣ ਦੇ ਲਈ ਇਹ ਜਿਹੜੀ ਰਿਟ ਹੈ ਉਹ ਦਾਇਰ ਕੀਤੀ ਜਾਂਦੀ ਹੈ। ਇਹ ਇਨਐਕਟੀਵਿਟੀ ਨੂੰ ਡਾਇਰੈਕਟ ਕਰਦੀ ਹੈ ਵੀ ਹੁਣ ਤੁਸੀਂ ਕੰਮ ਨਾ ਕਰੋ। ਦੇਖੋ ਉੱਪਰਲੀ ਬਿਲਕੁਲ ਇਹਦੇ ਉਲਟ ਸੀ, ਉੱਥੇ ਕੰਮ ਕਰਨ ਦਾ ਹੁਕਮ ਦਿੱਤਾ ਜਾ ਰਿਹਾ ਸੀ ਸਰਕਾਰ ਨੂੰ ਜਾਂ ਸਰਕਾਰੀ ਕਰਮਚਾਰੀ ਨੂੰ ਜਾਂ ਸਰਕਾਰੀ ਅਦਾਰੇ ਨੂੰ, ਇੱਥੇ ਹੇਠਲੀ ਅਦਾਲਤ ਨੂੰ ਰੋਕਿਆ ਜਾ ਰਿਹਾ ਹੈ। ਸੈਰਟੋਰੀ ਦੇ ਵਿੱਚ ਕੀ ਹੁੰਦਾ? the literal meaning of the writ of the meaning is to be certified, to be informed। ਹਾਂਜੀ, ਪ੍ਰਮਾਣਿਤ ਕੀਤਾ ਜਾਣਾ ਜਾਂ ਸੂਚਨਾ ਦਿੱਤੀ ਜਾਣੀ। this writ is issued by a court higher in authority to a lower court or tribunal, ordering them either to transfer a case pending with them to itself or quash their order in case। ਇਸ ਦਾ ਮਤਲਬ ਕੀ ਹੈ? ਪ੍ਰਮਾਣਿਤ ਕਰਨਾ ਜਾਂ ਇਨਫਾਰਮ ਕਰਨਾ। ਇਸ ਰਿਟ ਦੇ ਵਿੱਚ ਹਾਈ ਕੋਰਟ, ਜਿਹੜੀ ਹਾਇਰ ਕੋਰਟ ਹੈ, ਉਹ ਹੇਠਲੀ ਕੋਰਟ ਨੂੰ ਨਿਰਦੇਸ਼ ਦਿੰਦੀ ਹੈ ਕਿ ਜਿਹੜਾ ਕੇਸ ਇਹਦੇ ਕੋਲ ਚੱਲ ਰਿਹਾ ਹੈ ਉਹਦੇ ਤੇ ਆਪਣਾ ਕੇਸ ਨੂੰ ਲੰਬਿਤ ਕਰ ਲਵੇ ਤੇ ਉਹ ਕੇਸ ਇਹਨੂੰ ਸਮਰਪਿਤ ਕਰ ਦੇਵੇ, ਯਾਨੀ ਕਿ ਉਸ ਤੋਂ ਇਹ ਕੇਸ ਖੋ ਰਹੀ ਹੈ ਹੇਠਲੀ ਅਦਾਲਤ ਤੋਂ, ਠੀਕ ਹੈ, ਆਪਣੇ ਕੋਲ ਆਪਣੇ ਅਧਿਕਾਰ ਖੇਤਰ ਚ ਮੰਗਾ ਰਹੀ ਹੈ। ਇਟ ਇਜ਼ ਇਸ਼ੂਡ ਔਨ ਦ ਗਰਾਊਂਡਸ ਆਫ ਐਨ ਐਕਸੈਸ ਆਫ ਜੁਰਿਸਡਿਕਸ਼ਨ, ਜਦੋਂ ਲੋੜ ਤੋਂ ਵੱਧ ਅਧਿਕਾਰ ਖੇਤਰ ਦੀ ਵਰਤੋਂ ਕੀਤੀ ਜਾਵੇ, ਜਾਂ ਲੈਕ ਆਫ ਜੁਰਿਸਡਿਕਸ਼ਨ ਆਫ ਦ ਐਰਰ ਆਫ ਲਾ, ਜਾਂ ਅਧਿਕਾਰ ਖੇਤਰ ਦੀ ਘਾਟ ਹੋਵੇ ਹੇਠਲੀ ਅਦਾਲਤ ਨੂੰ, ਜਾਂ ਕਾਨੂੰਨ ਦੀ ਗਲਤੀ ਹੋਵੇ ਕਿਸੇ ਵੀ ਕਾਰਨ ਕਰਕੇ, ਅਗਰ ਲੱਗ ਰਿਹਾ ਹੈ ਕਿ ਹੇਠਲੀ ਅਦਾਲਤ ਸਹੀ ਡਾਇਰੈਕਸ਼ਨ ਦੇ ਵਿੱਚ ਨਹੀਂ ਜਾ ਰਹੀ ਤਾਂ ਉਸ ਤੋਂ ਇਹ ਕੇਸ ਆਪਣੇ ਕੋਲ ਟ੍ਰਾਂਸਫਰ ਕਰਵਾ ਸਕਦੀ ਹੈ। It not only prevents but also cures for the mistakes in the judiciary। ਇਹ ਗਲਤੀਆਂ ਨੂੰ ਰੋਕਦਾ ਵੀ ਹੈ ਤੇ ਨਾਲ-ਨਾਲ ਉਹਨਾਂ ਦਾ ਨਿਵਾਰਨ ਵੀ ਕਰਦੀ ਹੈ। ਇਹ ਜਿਹੜੀ ਰਿਟ ਹੈ ਲਾਸਟ ਦੇ ਵਿੱਚ ਆਉਂਦੀ ਹੈ ਜੀ ਕਿਉ ਵਾਰੰਟੋ। ਇਹਦਾ ਲਿਟਰਲ ਮੀਨਿੰਗ ਹੈ ਬਾय what authority or warrant, ਕਿਹੜੇ ਅਧਿਕਾਰ ਜਾਂ ਵਾਰੰਟ ਦੁਆਰਾ। ਸੁਪਰੀਮ ਕੋਰਟ ਔਰ ਹਾਈ ਕੋਰਟ issued it to prevent illegal usurpation of a public office by a person। ਇਹਦੇ ਵਿੱਚ ਇਹ ਕਿਸੇ ਵਿਅਕਤੀ ਨੂੰ ਪੁੱਛਦੀ ਹੈ ਕਿ ਤੂੰ ਗੈਰ ਕਾਨੂੰਨੀ ਢੰਗ ਨਾਲ ਕਿਸੇ ਸਰਕਾਰੀ ਅਧਿਕਾਰੀ ਦੀ ਜਿਹੜਾ ਕੰਮ ਕਿਉਂ ਕਰ ਰਿਹਾ। ਥਰੂ ਦਿਸ ਰਿਟ ਦ ਕੋਰਟ ਇਨਕੁਆਇਰਸ ਇਨਟੂ ਲੀਗੈਲਿਟੀ ਆਫ ਅ ਕਲੇਮ ਆਫ ਅ ਪਰਸਨ ਟੂ ਅ ਪਬਲਿਕ ਆਫਿਸ। ਇਸ ਰਿਟ ਦੇ ਜ਼ਰੀਏ ਅਦਾਲਤ ਕਿਸੇ ਵੀ ਵਿਅਕਤੀ ਦੁਆਰਾ ਜਿਹੜਾ ਉਹਦਾ ਦਾਵਾ ਕੀਤਾ ਜਾਂਦਾ ਜਨਤਕ ਅਹੁਦੇ ਲਈ ਕਿ ਮੈਂ ਇਸ ਅਹੁਦੇ ਤੇ ਕੰਮ ਕਰਨ ਦੇ ਲਈ ਬੈਠਾ ਹਾਂ, ਉਹਨੂੰ ਉਹਦੇ ਦਾਅਵੇ ਦੀ ਜਾਂਚ ਕਰਦੀ ਹੈ ਕਿ ਵਾਕਈ ਉਹ ਉਸ ਕੰਮ ਦੇ ਲਈ ਯੋਗ ਹੈ ਜਾਂ ਨਹੀਂ ਹੈ, ਕਿ ਉਹਦਾ ਕਲੇਮ ਸਹੀ ਬਣਦਾ ਹੈ ਜਾਂ ਨਹੀਂ ਬਣਦਾ। ਅੱਗੇ ਆਂਦਾ ਜੀ subordinate courts, ਹੇਠਲੀਆਂ ਅਦਾਲਤਾਂ। The district courts are established by the state government। ਸਭ ਤੋਂ ਉੱਪਰ ਹੁੰਦੀ ਹੈ ਸੁਪਰੀਮ ਕੋਰਟ, ਉਸ ਤੋਂ ਹੇਠਾਂ ਅਸੀਂ ਪੜ੍ਹੀ ਹਾਈ ਕੋਰਟ, ਤੇ ਹਾਈ ਕੋਰਟ ਦੇ ਥੱਲੇ ਹੁੰਦੀਆਂ ਡਿਸਟ੍ਰਿਕਟ ਕੋਰਟਸ ਜਿਹੜੀਆਂ ਕਿ ਰਾਜ ਸਰਕਾਰ ਦੁਆਰਾ ਸਥਾਪਿਤ ਕੀਤੀਆਂ ਜਾਂਦੀਆਂ। They may be established for an individual district or a group of district। ਜਿਵੇਂ ਅਸੀਂ ਹਾਈ ਕੋਰਟਸ ਦੀ ਗੱਲ ਕੀਤੀ ਸੀ, ਉਸੇ ਲੀ ਦੇ ਉੱਪਰ ਜਿਹੜੀਆਂ ਇਹ ਡਿਸਟ੍ਰਿਕਟ ਕੋਰਟਸ ਹੁੰਦੀਆਂ ਕਿਸੇ ਇੱਕ ਵਿਅਕਤੀਗਤ ਜ਼ਿਲ੍ਹੇ ਲਈ ਜਾਂ ਦੋ ਤੋਂ ਵੱਧ ਜ਼ਿਲ੍ਹਿਆਂ ਲਈ ਵੀ ਸਥਾਪਿਤ ਕੀਤੀਆਂ ਜਾ ਸਕਦੀਆਂ। The High Court is responsible for supervising the administration of the district courts। ਤੇ ਜਿਹੜੀ ਉੱਚ ਅਦਾਲਤ ਹੁੰਦੀ ਹੈ ਜ਼ਿੰਮੇਵਾਰ ਹੁੰਦੀ ਹੈ ਇਸ ਦੀ ਨਿਗਰਾਨੀ ਦੇ ਲਈ। ਦੋ ਤਰ੍ਹਾਂ ਦੀਆਂ ਡਿਸਟ੍ਰਿਕਟ ਕੋਰਟਸ ਹੁੰਦੀਆਂ ਨੇ, ਕ੍ਰਿਮੀਨਲ ਕੋਰਟਸ
ਸਿਵਲ ਕੋਰਟਸ। ਕ੍ਰਿਮੀਨਲ ਕੋਰਟਸ ਹੁੰਦੀਆਂ ਸਿਰਫ ਅਪਰਾਧਿਕ ਮਸਲਿਆਂ ਦੀਆਂ ਕੇਸਸ ਹੁੰਦੀਆਂ ਨੇ, ਤੇ ਸਿਵਲ ਕੋਰਟਸ ਹੁੰਦੀਆਂ ਜਿਹੜੇ ਜਰਨਲ ਕੇਸ ਹੁੰਦੇ ਨੇ, ਸਿਵਲ ਕੇਸ ਹੁੰਦੇ ਨੇ, ਉਹਨਾਂ ਬਾਰੇ ਜਿਹੜੀਆਂ ਨਿਰਣੇ ਲੈਂਦੀਆਂ ਨੇ। ਦ ਸਿਵਲ ਕੋਰਟਸ adjudicate the disputes relating to the matters such as agreements, rent or divorce। ਸਿਵਲ ਕੋਰਟਸ ਦੇ ਵਿੱਚ ਕਿਹੜੇ ਕਿਹੜੇ ਝਗੜੇ ਹੁੰਦੇ ਨੇ, ਜਿਹੜੇ ਸਮਝੌਤੇ ਹੁੰਦੇ ਨੇ, ਕੋਈ ਵੀ ਸਮਝੌਤਾ ਕਿਸੇ ਦੇ ਵਿੱਚ ਕਰਾਉਣਾ, ਕੋਈ ਰੈਂਟ ਦੇ ਸੰਬੰਧੀ ਜਾਂ ਫਿਰ ਤਲਾਕ ਸੰਬੰਧੀ ਮਸਲੇ ਸਿਵਲ ਕੋਰਟਸ ਦੇ ਅਧਿਕਾਰ ਖੇਤਰ 'ਚ ਹੁੰਦੇ ਨੇ। These cases are decided on the basis of procedure laid down by the Code of Civil Procedure 1908। ਇਹ ਜਿਹੜੇ ਫੈਸਲੇ ਹੁੰਦੇ ਨੇ ਸਾਡੇ ਡਿਸਟ੍ਰਿਕਟ ਕੋਰਟਸ ਦੁਆਰਾ, ਇਹ ਕੋਡ ਆਫ ਸਿਵਲ ਪ੍ਰੋਸੀਜਰ 1908 ਦੇ ਆਧਾਰ ਤੇ ਕੀਤੇ ਜਾਂਦੇ ਨੇ। ਦ ਕ੍ਰਿਮੀਨਲ ਕੋਰਟਸ ਡਿਸਾਈਡ ਕੇਸਸ ਕੰਸਰਨਿੰਗ ਦਾ ਵਾਇਲੇਸ਼ਨ ਆਫ ਲਾ। ਹੁਣ ਜਿਹੜੇ ਅਪਰਾਧਿਕ ਫੌਜਦਾਰੀ ਹੁੰਦੇ ਨੇ, ਉਹਨਾਂ ਦੇ ਵਿੱਚ ਕੀ ਹੁੰਦੇ ਨੇ, ਜਾਂ ਤਾਂ ਕਾਨੂੰਨ ਦੀ ਉਲੰਘਣਾ, ਵਿਚ ਆਰ ਫਾਈਲਡ ਬਾਈ ਦਾ ਸਟੇਟ। ਠੀਕ ਹੈ, ਜਿਹੜੇ ਰਾਜ ਦੁਆਰਾ ਇਹ ਜਿਹੜੇ ਫੈਸਲੇ ਕੋਰਟਸ ਨੇ, ਇਹ ਜਿਹੜੇ ਕੇਸ ਨੇ, ਇਹ ਰਾਜ ਸਰਕਾਰ ਦੁਆਰਾ ਦਾਇਰ ਕੀਤੇ ਗਏ ਕੇਸਾਂ ਦਾ ਫੈਸਲਾ ਕਰਦੇ ਨੇ। These cases include ਡਕੈਤੀ, ਮਰਡਰ ਐਟਸੈਟਰਾ। ਜਿਹੜੇ ਅਪਰਾਧਿਕ ਮਾਮਲੇ ਹੁੰਦੇ ਨੇ, ਲੁੱਟ ਖਸੁੱਟ, ਚੋਰੀ, ਡਕੈਤੀ, ਕਤਲ, ਉਹ ਇਹਨਾਂ ਅਦਾਲਤਾਂ ਨਾਲ ਜੁੜੇ ਹੋਏ ਨੇ। The working of criminal court is governed by the procedure laid down by the Code of Criminal Procedure। ਦੇਖੋ ਉੱਪਰ ਸੀਗਾ ਸਿਵਲ ਪ੍ਰੋਸੀਜਰ, ਇੱਥੇ ਹੈਗਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ, ਜਿਹੜਾ ਕਿ 1973 ਦੇ ਵਿੱਚ ਤਿਆਰ ਕੀਤਾ ਗਿਆ ਸੀ। It is pertinent to note that the district courts while dealing with criminal matters are referred to and session court। ਜਦੋਂ district courts criminal matters ਦੇ ਨਾਲ ਡੀਲ ਕਰਦੀਆਂ ਨੇ ਤਾਂ ਇਹਨਾਂ ਨੂੰ session court ਕਿਹਾ ਜਾਂਦਾ ਹੈ, ਤੇ ਇਹਨਾਂ ਦੇ ਜੱਜਾਂ ਨੂੰ session judge ਕਿਹਾ ਜਾਂਦਾ ਹੈ। Below the district courts there are various other subordinate courts such as court of additional district judge, court of judicial magistrate of first class, court of judicial magistrate of second class, etc। ਡਿਸਟ੍ਰਿਕਟ ਕੋਰਟ ਦੇ ਹੇਠਾਂ ਤਿੰਨ ਤਰ੍ਹਾਂ ਦੀਆਂ ਅਦਾਲਤਾਂ ਹੋਰ ਗੱਲ ਕੀਤੀ ਗਈ ਹੈ। ਐਡੀਸ਼ਨਲ ਜੱਜ ਦੀ, ਐਡੀਸ਼ਨਲ ਡਿਸਟ੍ਰਿਕਟ ਜੱਜ ਦੀ, ਜਾਂ ਮੈਜਿਸਟ੍ਰੇਟ ਫਸਟ ਕਲਾਸ ਤੇ ਸੈਕੰਡ ਕਲਾਸ ਦੀ ਅਦਾਲਤ ਹੁੰਦੀ ਹੈ। ਦ ਲਾਰਜੈਸਟ ਨੰਬਰ ਆਫ ਕੇਸਿਸ ਆਰ ਡਿਸਪੋਜ਼ਡ ਐਟ ਦਿਸ ਲੈਵਲ। ਜ਼ਿਆਦਾਤਰ ਮਸਲੇ ਇਸ ਪੱਧਰ ਤੇ ਹੱਲ ਕੀਤੇ ਜਾਂਦੇ ਨੇ। ਦ ਟ੍ਰਾਇਲ ਐਂਡ ਰਿਕਾਰਡਿੰਗ ਆਫ ਐਵੀਡੈਂਸ ਆਲਸੋ ਟੇਕਸ ਪਲੇਸ ਐਟ ਦਿਸ ਲੈਵਲ। ਜਿਹੜੀ ਇਸ ਪੱਧਰ ਤੇ ਵੀ ਸਬੂਤਾਂ ਦੀ ਸੁਣਵਾਈ ਤੇ ਰਿਕਾਰਡਿੰਗ ਕੀਤੀ ਜਾਂਦੀ ਹੈ। The land revenue matters in the state are decided by the revenue courts। ਜਿੰਨੇ ਵੀ ਜ਼ਮੀਨੀ ਮਾਮਲੇ, ਮਾਲ ਦੇ ਮਾਮਲਿਆਂ ਦਾ ਫੈਸਲਾ ਹੁੰਦਾ, ਉਹ ਮਾਲ ਅਦਾਲਤਾਂ ਕਰਦੀਆਂ ਨੇ। The revenue courts ਦੇ ਵਿੱਚ ਕੌਣ ਬੈਠਦਾ ਹੈ? ਤਹਿਸੀਲਦਾਰ, ਕਲੈਕਟਰ ਵਗੈਰਾ। The board of revenue constitutes the highest revenue court। ਮਾਲ ਬੋਰਡ ਦੀ ਸਭ ਤੋਂ ਉੱਚੀ ਮਾਲ ਅਦਾਲਤ ਦਾ ਗਠਨ ਕਰਦਾ ਹੈ। ਅੱਗੇ ਆਉਂਦੀ ਹੈ ਜੀ ਅਪਾਇੰਟਮੈਂਟ ਐਂਡ ਕੰਪੋਜੀਸ਼ਨ। ਡਿਸਟ੍ਰਿਕਟ ਕੋਰਟਸ ਦੀ ਅਸੀਂ ਗੱਲ ਕਰ ਰਹੇ ਸੀ, ਵਿੱਚ ਇੱਕ ਪੈਰਾ ਅਸੀਂ ਹੇਠਲੀਆਂ ਅਦਾਲਤਾਂ ਦਾ ਵੀ ਪੜ੍ਹ ਲਿਆ। The district courts are presided over by district judge। district courts ਦੇ ਵਿੱਚ ਕੌਣ ਪ੍ਰਧਾਨਗੀ ਕਰਦਾ ਹੈ? district judge who is appointed by the governor of the state। ਹੁਣ ਇਹ ਬੜੀ ਯਾਦ ਰੱਖਣ ਜੋ ਗੱਲ ਹੈ ਕਿ ਜਿਹੜੇ district judge ਹੁੰਦੇ ਨੇ, ਉਹਨਾਂ ਦੀ ਨਿਯੁਕਤੀ ਰਾਜਪਾਲ ਕਰਦਾ ਹੈ। The governor appoints the district judge after consulting the concerned high court। ਜਿਹੜੇ ਸਾਡੇ ਕਿਸੇ particular ਰਾਜ ਦੀ ਹਾਈ ਕੋਰਟ ਹੁੰਦੀ ਹੈ, ਜਿਹਦੇ ਡਿਸਟ੍ਰਿਕਟ ਵਿੱਚ ਡਿਸਟ੍ਰਿਕਟ ਜੱਜ ਚੁਣਿਆ ਜਾਂਦਾ ਹੈ, ਉਹਦੇ ਜੱਜਸ ਦੀ ਸਲਾਹ ਦੇ ਨਾਲ ਹੀ ਡਿਸਟ੍ਰਿਕਟ ਜੱਜ ਦੀ ਅਪਾਇੰਟਮੈਂਟ ਹੁੰਦੀ ਹੈ। The additional district judge may also be appointed subject to workload। ਅਗਰ ਕੰਮ ਦਾ ਭਾਰ ਜ਼ਿਆਦਾ ਹੋਵੇ, ਜ਼ਿਆਦਾ ਕੇਸ ਆਉਂਦੇ ਹੋਣ, ਤਾਂ ਐਡੀਸ਼ਨਲ ਡਿਸਟ੍ਰਿਕਟ ਜੱਜ ਦੀ ਚੋਣ ਵੀ ਕੀਤੀ ਜਾ ਸਕਦੀ ਹੈ। Other judicial officers are appointed by the State Public Service Commission। ਤੇ ਦੂਜੇ ਜਿਹੜੇ ਜੁਡੀਸ਼ੀਅਲ ਆਫੀਸਰ ਹੁੰਦੇ ਨੇ, ਨਿਆਇਕ ਅਧਿਕਾਰੀ, ਉਹਨਾਂ ਦੀ ਚੋਣ ਪਾਰਟਿਕੂਲਰ ਸਟੇਟ ਦੇ ਜਿਹੜਾ ਸਰਵਿਸ ਕਮਿਸ਼ਨ ਹੈ, ਉਹਦੇ ਦੁਆਰਾ ਚੋਣ ਕੀਤੀ ਜਾਂਦੀ ਹੈ। ਟ੍ਰਿਬਿਊਨਲ ਦੀ ਗੱਲ ਕਰ ਲੈਂਦੇ ਹਾਂ। Various special tribunals are set up by the government for dealing with the specific matters। ਖਾਸ ਮਾਮਲਿਆਂ ਦੇ ਨਾਲ ਡੀਲ ਕਰਨ ਦੇ ਲਈ such as taxes, land disputes ਵਗੈਰਾ, ਇਹਨਾਂ ਦੇ ਨਾਲ ਨਿਪਟਣ ਦੇ ਲਈ ਸਪੈਸ਼ਲ ਅਦਾਲਤਾਂ ਦਾ ਟ੍ਰਿਬਿਊਨਲਸ ਦਾ ਗਠਨ ਕੀਤਾ ਜਾਂਦਾ ਹੈ। ਟ੍ਰਿਬਿਊਨਲਸ may be judicial or quasi judicial। ਇਹ ਨਿਆਇਕ ਜਾਂ ਅਰਧ ਨਿਆਇਕ ਹੋ ਸਕਦੇ ਨੇ। The tribunals provide expeditious justice and are usually established when there are several pending matters relating to a particular subject matter pending before the traditional courts। ਟ੍ਰਿਬਿਊਨਲਸ ਜਿਹੜੇ ਹੁੰਦੇ ਨੇ, ਉਹ ਤੇਜ਼ੀ ਨਾਲ ਨਿਆਂ ਪ੍ਰਦਾਨ ਕਰਦੇ ਨੇ ਤੇ ਆਮ ਤੌਰ ਤੇ ਉਦੋਂ ਹੀ ਸਥਾਪਿਤ ਹੁੰਦੇ ਨੇ ਜਦੋਂ ਜਿਹੜੀਆਂ ਸਾਡੀਆਂ ਪਹਿਲਾਂ ਦੀਆਂ ਚੱਲ ਰਹੀਆਂ ਡਿਸਟ੍ਰਿਕਟ ਜਾਂ ਲੋਕਲ ਅਦਾਲਤਾਂ ਨੇ, ਉਹਨਾਂ ਕੋਲ ਬਹੁਤ ਸਾਰੇ ਕੇਸ ਪੈਂਡਿੰਗ ਪਏ ਹੋਣ।
Thus the tribunals help in reducing the burden of traditional courts. इस तरीके नाल ये जड़ियां साडियां रवायती अदालतां ने उन्हां दा वर्कलोड घट करदे ने। आर्टिकल 323A of the Constitution empowers the Parliament to establish central as well as state level administrative tribunals which adjudicate on matters relating to the recruitment and service of public servants. आर्टिकल 323A ਦੇ ਅਨੁਸਾਰ ਸੰਸਦ ਨੂੰ ਕੇਂਦਰੀ ਤੇ ਰਾਜ ਪੱਧਰੀ ਪ੍ਰਬੰਧਕੀ ਟ੍ਰਿਬਿਊਨਲ ਸਥਾਪਿਤ ਕਰਨ ਦਾ ਵੀ ਅਧਿਕਾਰ ਹੈ ਜਿਹੜੇ ਕਿ ਜਨਤਕ ਸੇਵਕਾਂ ਦੀ ਭਰਤੀ ਤੇ ਸੇਵਾ ਨਾਲ ਸੰਬੰਧਿਤ ਮਾਮਲਿਆਂ ਦੇ ਉੱਪਰ ਫੈਸਲਾ ਦਿੰਦੇ ਨੇ। ਨਿਆਏ ਪੰਚਾਇਤ ਸਰ established at the village level ਪੇਂਡੂ ਪੱਧਰ ਤੇ ਸਥਾਪਿਤ ਕੀਤੀਆਂ ਜਾਂਦੀਆਂ and are aimed at providing cheap and expeditious justice ਸਸਤਾ ਤੇ ਤੇਜ਼ੀ ਨਾਲ ਨਿਆਂ ਦਿੰਦੀਆਂ ਨੇ। They are based on the direction provided by Article 40 which states that the state must take steps to empower the panchayats. ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਅੰਤਰਗਤ ਅਨੁਛੇਦ 40 ਦੇ ਵਿੱਚ ਕਿਹਾ ਗਿਆ ਹੈ ਕਿ ਰਾਜ ਪੂਰੀ ਕੋਸ਼ਿਸ਼ ਕਰੇਗਾ मतलब स्टेप लएगा पंचायतां नूं शक्तिशाली बनाने के लिए। दिस 73rd कॉन्स्टिट्यूशनल अमेंडमेंट 73वीं संविधानिक सोधन कंपेयर्ड कॉन्स्टिट्यूशनल स्टेट्स ऑन द पंचायत्स। 73वीं संविधानिक सोध ने पंचायतां नूं एक संविधानिक दर्जा दिता है क्योंकि संविधान दे विच 73वीं सोध करके पंचायतां ते जड़ियां पढ़दे आ शहरी पद्धर दे उपर म्यूनसिपल कारपोरेशनस वगैरह दी एडिशन की गई है साडे संविधान दे विच। तां हुण इह तीनों चारों तरह दी जड़ियां अदालतां इह कॉन्स्टिट्यूशनल बन चुकियां ने। द न्याय पंचायत्स एडजस्टिगेट ऑन माइनर ऑफेंसेस सच एज wrongful restraint और थेफ्ट। ਇਹ ਜਿਹੜੀਆਂ ਪੰਚਾਇਤਾਂ ਨੇ ਮਾਮੂਲੀ ਅਪਰਾਧ ਜਿਵੇਂ ਕਿ ਗਲਤ ਢੰਗ ਨਾਲ ਰੋਕਣਾ ਜਾਂ ਚੋਰੀ ਵਗੈਰਾ ਦੇ ਫੈਸਲਿਆਂ ਦਾ ਨਿਪਟਾਰਾ ਕਰਦੀਆਂ ਨੇ। while these panchayats enjoy both civil as well as criminal justification दोवें तरह के फैसले ठीक है जी सिविल भी ते फौजदारी भी इस होंदियां ने। द पेक्यूलियर justification of this judicial constituent is very low पर इन्हां दे जिहड़ा अधिकार खेतर है बहुत घट है। इन्हां दा जिहड़ा अधिकार खेतर है मतलब इन्हां दे अधिकार खेतर च बहुत घट मसले आउंदे ने। लोग डिस्ट्रिक्ट जज कोले जाना प्रैफर करदे ने। अगे आउंदियां जी लोक अदालतां। अनलाइक द न्यायिक पंचायत the लोक अदालत्स don't adjudicate disputes rather they aim at resolving disputes through mediation and arbitration। ये लोक अदालतां कुछ वक्री नेचर दियां ने न्याय पंचायत दे उल्ट ये झगड़ियां दा निपटारा नहीं करदियां सगों विचोलगी ते सालसी राही झगड़ियां दा निपटारा करदियां यानी कि यह झगड़ियां दा निपटारा किसी निर्देशों के तहत नहीं करदियां ये सिर्फ की करदियां विचोलगी दा काम करदियां। लोक अदालत्स आर आल्सो नोन एज पीपल्स कोर्ट इन्हां नूं लोकां दी अदालत वजों भी जानिया जांदा है। द लोक अदालत कंसिस्ट ऑफ जुडिशियल ऑफिसर्स रिटायर्ड एंड सर्विंग एंड सच अदर पर्सनस एज प्रिस्क्राइब्ड बाय द सेंट्रल गवर्नमेंट। ये अदालतां दे विच कुछ कानूनी बंदे हुंदे ने न्यायिक अधिकारी हुंदे ने जिहड़े जां तां सेवा मुक्त हो रहे ने जां सेवा दे विच ने ते केंद्र सरकार जे चाहे कुछ स्पैशल बंदियां नूं भी इन्हां दा हिस्सा बना सकदी है। लोक अदालतां दा statutory status was conferred on the लोक अदालत्स by the Legal Service Authorities Act 1987। 1987 ਦੇ ਵਿੱਚ ਇੱਕ ਐਕਟ ਪਾਸ ਕੀਤਾ ਗਿਆ ਸੀ ਲੀਗਲ ਸਰਵਿਸਿਜ਼ ਅਥਾਰਟੀਜ਼ ਐਕਟ ਜਿਹਦੇ ਦੁਆਰਾ ਲੋਕ ਅਦਾਲਤਾਂ ਨੂੰ ਕਾਨੂੰਨੀ ਦਰਜਾ ਦਿੱਤਾ ਗਿਆ ਸੀ। ਹੁਣ ਇਹ ਚੀਜ਼ ਯਾਦ ਰੱਖਣੀ ਹੈ ਕਿ ਜਿਹੜੀਆਂ ਇਹ ਲੋਕ ਅਦਾਲਤਾਂ ਨੇ ਇਹ ਕਨਸਟੀਟਿਊਸ਼ਨਲ ਨਹੀਂ ਹੈਗੀਆਂ। ਦੋ ਤਰ੍ਹਾਂ ਦੀਆਂ ਬਾਡੀਜ਼ ਹੁੰਦੀਆਂ ਨੇ ਇੱਕ ਕਨਸਟੀਟਿਊਸ਼ਨਲ तीन तरह दी कॉन्स्टिट्यूशनल स्टैचुरी ते नॉन कॉन्स्टिट्यूशनल। कॉन्स्टिट्यूशनल जिन्हां दा संविधानिक दर्जा हुंदा है संविधान दे विच प्रावधान हुंदा है। स्टैचुरी जिन्हां दी प्रोविजन कीती जांदी है कानून बना के ते नॉन कॉन्स्टिट्यूशनल जिन्हां दा ना कोई संविधानिक दर्जा हुंदा है जिद्दी संविधान दे विच कोई गल नहीं कीती हुंदी ठीक है जी उहनूं असीं नॉन कॉन्स्टिट्यूशनल कह दिंदे हां। हां जी अगे असीं की गल करदे सी चैप्टर 6 है जिहड़ा इस एक्ट दा वो डील करदा है लोक अदालतां दे गठन दे नाल। जुडिशियल अगे असीं गल करी हुण इह सारियां अदालतां बारे पढ़न तो बाद असीं साडे न्याय व्यवस्था दी गल करदे हां कि जिहड़ी इंडियन जुडिशियरी है दैट इज इंडिपेंडेंट पूरी तरह ते सुतंत्र है तां ही प्रभावशाली ढंग नाल काम कर सकदी है। इहदे लई संविधान दे विच की प्रावधान ने। इन इंडिया देयर इज इंडिपेंडेंट जुडिशरी भारत दे विच सुतंत्र न्यायपालिका है। The legislature and the executive are prevented from interfering with the judicial functions। ऊपर भी असी गल कीती सी कि साडे विधान पालिका ते साडी कार्यपालिका कोल
कोई इस तरह का अधिकार नहीं है कि वो साडे कानूनी मसलियां दे विच दखल अंदाजी करे। दिस इंश्योर्स दैट द जजेस आर एबल टू डिस्चार्ज देयर ड्यूटीज विदाउट ए फेयर। इस नाल यकीनी हो जाता है कि जज बिना किसी डर दे अपना काम कर सकते हैं, न्यायिक ड्यूटियां निभा सकते हैं। देयर आर सेवरल कॉन्स्टिट्यूशनल प्रोविजनस विच सिक्योर द जुडिशियल इंडिपेंडेंस। तो इस सुतंत्रता को यकीनी बनाने लिए कुछ कानूनी प्रावधान ने। इट इज पर्टिनेंट टू नोट दैट आर्टिकल 50 a directive principle provides that state shall take steps to ensure that judiciary operates separately from the executive। अनुच्छेद 50 राज की नीति के निर्देशक सिद्धांतों के विच गल की गई है कि स्टेट का मतलब इत्थे कल्ले राज सरकार नहीं, हर सरकारी जिहड़ी संस्था दे विच आउंदी है, केंद्र सरकार भी आउंदी है, राज्य सरकार भी आउंदी है। ये की कहा गया कि राज्य सरकार ते केंद्र सरकारां इस दिशा दे विच कदम पुट्टणगियां, यकीनी बनाउणगियां कि साडी न्याय व्यवस्था है जिहड़ी वो साडी कार्यपालिका तो स्वतंत्र होकर काम कर रही है। देयर आर वेरीअस अदर कॉन्स्टिट्यूशनल सेफगार्ड्स। इस तो बिना होर भी बहुत सारे संविधानिक सुरक्षा गार्ड ने साडे कोल जिहड़े कि इंडिपेंडेंस नूं इंश्योर करदे ने। सब तो पहली गल, द सुप्रीम कोर्ट हैज पावर टू अपॉइंट द जजेस ऑफ सुप्रीम कोर्ट एज वेल एज वेरीअस हाई कोर्ट। हाँ जी, सुप्रीम कोर्ट कोल खुद पावर है कि यह सुप्रीम कोर्ट ते हाई कोर्ट के जजां दी चोण कर सकती है, क्योंकि सलाहकार है राष्ट्रपति दी। Article 124 provides that the judges of Supreme Court are to appointed by the President in consultation with the judges of Supreme Court and the High Court। तो आर्टिकल अनुच्छेद 124(2) ਦੇ ਵਿੱਚ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਚੋਣ ਕੀਤੀ ਜਾਂਦੀ ਹੈ ਰਾਸ਼ਟਰਪਤੀ ਦੁਆਰਾ, ਪਰ ਕਿਹਦੀ ਸਲਾਹ ਲਈ ਜਾਂਦੀ ਹੈ ਉਹਦੇ ਲਈ? ਸੁਪਰੀਮ ਕੋਰਟ ਦੇ ਜੱਜਾਂ ਦੀ ਤੇ ਹਾਈ ਕੋਰਟ ਦੇ ਜੱਜਾਂ ਦੀ, ਖਾਸ ਤੌਰ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ। The judges of the Supreme Court once appointed, ਜਦੋਂ ਇੱਕ ਵਾਰੀ ਚੋਣ ਹੋਗੀ, enjoy the official office until they attain the age of 65 years। ਤਾਂ ਉਹ ਉਦੋਂ ਤੱਕ ਆਪਣੀ ਪਦਵੀ ਤੇ ਰਹਿੰਦੇ ਨੇ ਜਦੋਂ ਤੱਕ ਉਹਨਾਂ ਦੀ ਉਮਰ 65 ਸਾਲ ਦੀ ਨਹੀਂ ਹੋ ਜਾਂਦੀ। Similarly, the judges of the High Court enjoy office until they attain the age of 62 years। ਤੇ ਜਿਹੜੇ ਉੱਚ ਅਦਾਲਤ ਦੇ ਹਾਈ ਕੋਰਟ ਦੇ ਜੱਜ ਨੇ ਉਹ 62 ਸਾਲ ਦੀ ਉਮਰ ਤੱਕ ਆਪਣੀ ਪਦਵੀ ਤੇ ਰਹਿੰਦੇ ਨੇ। Article 124 provides for the procedure of the removal of the judges of the Supreme Court। 124 अनुच्छेद के चौथे भाग दे विच प्रक्रिया की गल की गई है जिहदे राहीं असीं सुप्रीम कोर्ट के जजां नूं हटा सकते हैं। द सुप्रीम कोर्ट जजेस ऑफ द सुप्रीम कोर्ट कैन बी रिमूव्ड ओनली बाय द प्रेजिडेंशियल ऑर्डर। इन्हां नूं हटाया जा सकता है सिर्फ ते सिर्फ राष्ट्रपति दे निर्णय द्वारा। द रिमूवल मस्ट बी सपोर्टेड बाय स्पेशल मेजोरिटी ऑफ एट लीस्ट 2/3 ऑफ द मैंबर्स प्रेजेंट एंड वोटिंग। ये जिहड़ी रिमूवल है इस दे उपर जिहड़ी सपोर्ट किहदी चाहीदी है? राष्ट्रपति के कहने तो बाद जिहड़ा वो ऑर्डर जारी करेगा उहदे उपर जिहड़े साडे दोनों सदनां दे मैंबरां दा घट्टो घट्ट 2/3 जिन्ने बंदे प्रेजेंट ने ते जिन्ने वोट कर रहे ने 2/3 विशेष बहुमत दे नाल इहनूं हटाया जा सकदा है। द प्रेजिडेंट हैड टू एड्रैस बोथ द हाउसेस ऑफ पार्लीमेंट। दोनों हाउसेस नूं इहनूं एड्रैस करना पैंदा है, संबोधन करना पैंदा है। एंड द रेजोल्यूशन फॉर रिमूवल मस्ट बी प्रेजेंटेड टू हिम इन द सेम सैशन। ते उसे सैशन विच जजां नूं हटाउण दा मता पेश करदा, संबोधित भी करदा, मता भी पेश करदा ते उसे सैशन च इहनूं पास भी कराउणा हुंदा 2/3 बहुमत नाल। A judge of the apex court can only be removed on the grounds of incapacity or misbehavior। सिर्फ 2 कारणा करके, या तां अयोग्यता ਜਾਂ फिर दुर्व्यवहार करके ਉਹਨੂੰ ਉਸਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। So far no judge of the Supreme Court has been impeached। ਹਜੇ ਤੱਕ किसी भी सुप्रीम कोर्ट के जज उपर महादोष नहीं चलिया। वीरास्वामी रामास्वामी was the first judge against whom the proceedings were initiated। हुण तक सिर्फ एक जज होया वीरास्वामी रामास्वामी जिहदे अगेंस्ट कार्रवाई शुरू तो हुई सी, बट द मोशन कुडंट सेल थ्रू द लोक सभा। पर इहदा जिहड़ा मता सी वो लोक सभा च लंघ नहीं सकिया। Furthermore, the salaries and allowances of the judges of the Supreme Court as well as High Court cannot be reduced except when a financial emergency has been declared under Article 360। इस तो इलावा सुप्रीम कोर्ट के जजां दी तनख्वाह ते भत्ते ते हाई कोर्ट के जजां दी तनख्वाह ते भत्ते किसी भी हालत दे विच घट नहीं किते जा सकते सिवाय फाइनेंशियल एमरजेंसी दे। सिर्फ वित्ती संकटकालीन दे विच जिहड़ी कि अनुच्छेद 360 के अंडर लगती है उस दे केस दे विच ही इन्हां दे जजां दी सैलरी घटाई जा सकती है, अदरवाइज नहीं।
The salaries and allowances of the judges of the constitutional courts are charged under the consolidated fund of India. ਇਹ ਸੰਵਿਧਾਨਿਕ ਜੱਜਾਂ ਦੀ ਜਿਹੜੀ ਤਨਖਾਹ ਅਦਾਲਤਾਂ ਦੇ ਤਨਖਾਹਾਂ ਤੇ ਭੱਤੇ ਨੇ, ਸੰਵਿਧਾਨਿਕ ਅਦਾਲਤਾਂ ਦੀ ਜੱਜਾਂ ਦੀਆਂ ਤਨਖਾਹਾਂ ਤੇ ਭੱਤੇ ਭਾਰਤ ਦੇ ਕੰਸੋਲੀਡੇਟਡ ਫੰਡ ਚੋਂ ਲਏ ਜਾਂਦੇ ਨੇ। The legislature can't deliberate upon the conduct of a judge while discharging his official duties. ਵਿਧਾਨ ਸਭਾ ਆਪਣੇ ਅਧਿਕਾਰਿਤ ਕਰਤੱਵਾਂ ਦਾ ਨਿਪਟਾਰਾ ਕਰਦੇ ਹੋਏ ਜੱਜ ਦੇ ਆਚਰਣ ਤੇ ਵਿਚਾਰ ਨਹੀਂ ਕਰ ਸਕਦੀ। ਮਤਲਬ ਇਹ ਮੈਟਰ ਨਹੀਂ ਡਿਸਕਸ ਕੀਤਾ ਜਾ ਸਕਦਾ ਲੈਜਿਸਲੇਚਰ ਦੇ ਰਾਹੀਂ ਕਿ ਕੋਈ ਜੱਜ ਕਿਵੇਂ ਦਾ ਕੰਮ ਕਰ ਰਿਹਾ ਹੈ। The parliament as well as state legislature are further barred from curtailing the jurisdiction of the court and can only extend it. ਇਸ ਤੋਂ ਇਲਾਵਾ ਸੰਸਦ ਦੇ ਨਾਲ ਜਿਹੜੀਆਂ ਰਾਜ ਵਿਧਾਨ ਸਭਾਵਾਂ ਨੇ ਉਹ ਕਿਸੇ ਵੀ ਜਿਹੜੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਨੂੰ ਘੱਟ ਨਹੀਂ ਕਰ ਸਕਦੀਆਂ, ਸਿਰਫ ਵਧਾ ਸਕਦੀਆਂ ਨੇ। Despite the aforementioned safeguards, if anyone undermines the authority of the court, ਉੱਪਰ ਲਿਖੀਆਂ ਸੁਰੱਖਿਆ ਕਵਚਾਂ ਤੋਂ ਇਲਾਵਾ ਅਗਰ ਕੋਈ ਵੀ ਕਿਸੇ ਕੋਰਟ ਦੀ, ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮਾਨ ਸਨਮਾਨ ਦੀ ਉਲੰਘਣਾ ਕਰਦਾ ਹੈ ਤਾਂ have power to punish, ਤਾਂ ਇਹਨਾਂ ਕੋਲੇ ਅਧਿਕਾਰ ਹੁੰਦਾ ਸਜ਼ਾ ਦੇਣ ਦਾ for contempt of court। contempt ਯਾਨੀ ਕਿ ਮਾਨਹਾਨੀ ਦਾ ਮੁਕੱਦਮਾ ਚਲਾਉਂਦਾ ਕਿਹਦੇ ਅੰਦਰ? ਆਰਟੀਕਲ 129 ਸੁਪਰੀਮ ਕੋਰਟ ਦੇ ਲਈ ਹੈ, ਆਰਟੀਕਲ 215 ਹਾਈ ਕੋਰਟ ਦੇ ਲਈ ਹੈ। ਠੀਕ ਹੈ ਜੀ, ਸਿੱਟੇ ਤੇ ਪਹੁੰਚਦੇ ਹਾਂ। A vibrant and independent judiciary is essential for any democracy to thrive। ਹਾਂਜੀ, ਤਾਂ ਲੋਕਤੰਤਰ ਦੀ ਪ੍ਰਫੁੱਲਿਤ ਹੋਣ ਲਈ ਇੱਕ ਵਧੀਆ ਜਿਉਂਦਾ ਜਾਗਦਾ ਤੇ ਸੁਤੰਤਰ ਨਿਆਂਪਾਲਿਕਾ ਦਾ ਹੋਣਾ ਜ਼ਰੂਰੀ ਹੈ। The judiciary in India ensures that there is a rule of law। ਭਾਰਤ ਦੇ ਵਿੱਚ ਨਿਆਇਕ ਪ੍ਰਣਾਲੀ ਇਹ ਇਸ ਚੀਜ਼ ਨੂੰ ਯਕੀਨੀ ਬਣਾਉਂਦੀ ਹੈ ਕਿ ਕਾਨੂੰਨ ਦਾ ਰਾਜ ਹੁੰਦਾ ਹੈ and that the rights of citizens are not violated। ਤੇ ਇਸ ਚੀਜ਼ ਨੂੰ ਯਕੀਨੀ ਬਣਾਉਂਦਾ ਸਾਡਾ ਜੁਡੀਸ਼ੀਅਲ ਸਿਸਟਮ ਕਿ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਉਲੰਘਣਾ ਨਹੀਂ ਹੋ ਰਹੀ। It also keeps a check on other two organs of the government। ਇਸ ਦੇ ਨਾਲ ਸਰਕਾਰ ਦੇ ਦੋ ਅੰਗ ਹੋਰ ਨੇ ਜਿਹੜੇ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ, ਉਹਦੇ ਉੱਪਰ ਵੀ ਇਹ ਨਿਯੰਤਰਣ ਰੱਖਦਾ ਹੈ। ਠੀਕ ਹੈ ਜੀ, that is legislature and executive। ਇਸ ਤਰੀਕੇ ਨਾਲ ਭਾਰਤ ਦੇ ਵਿੱਚ ਜਿਹੜੀ ਸਰਕਾਰ ਹੈ ਆਪਣੇ ਕਿੰਨਾ ਅੰਗਾਂ ਦੇ ਰਾਹੀਂ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੈ ਉਹਨੂੰ ਚਲਾਉਂਦੀ ਹੈ। ਹਾਂਜੀ, ਤਾਂ ਪਿਆਰੇ ਵਿਦਿਆਰਥੀਓ, ਉਮੀਦ ਹੈ ਕਿ ਅੱਜ ਦਾ ਇਹ ਟੌਪਿਕ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਸੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਗਰ ਤੁਸੀਂ ਬੈਲ ਆਈਕਨ ਪ੍ਰੈਸ ਨਹੀਂ ਕੀਤਾ ਤਾਂ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।